ਕਰਨ ਲੱਗੇ ਕਾਰਜ ਪੁਨ ਐਸਾ। ਟਲ ਚਵਰ ਛਤਰ ਤਖਤ ਕੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਗੁਰਗੱਦੀ ਉੱਪਰ ਵਿਰਾਜਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੀ ਸਜਦੀ ਗੁਰੂ ਸਭਾ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨਮ ਬੜਭਾਗੇ ਹਾਂ ਜਿਨ੍ਹਾਂ ਨੂੰ ਗੁਰੂ ਗੋਦ ਵਿੱਚ ਸਜ ਬੈਠ ਕਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਮਹਾਨ ਜੀਵਨ ਇਤਿਹਾਸ ਦੀ ਵਿਚਾਰਨ ਤੇ ਸਰਵਣ ਕਰਨ ਦਾ ਸ਼ੁਭ ਅਵਸਰ ਪ੍ਰਾਪਤ ਹੋ ਰਿਹਾ। ਸੋ ਕੱਲ੍ਹ ਦੇ ਪ੍ਰਸੰਗ ਆਪਾਂ ਵਾਰਤਾ ਕੱਲ ਸਮਝੀ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਨਾਮਕਰਨ 13ਵੇਂ ਦਿਨ ਪੰਡਤ ਹਰਦਿਆਲ ਜੀ ਨੇ ਨਾਨਕ ਦਰਸਾਉਣਾ ਕੀਤਾ। ਬਾਬਾ ਕਾਲੂ ਜੀ ਨੇ ਸੰਦੇਹ ਕੀਤਾ। ਸੰਦੇਹ ਕਰਨ 'ਤੇ ਬਾਬਾ ਕਾਲੂ ਜੀ ਤਾਂ ਹੀ ਫਿਰ ਪੰਡਤ ਹਰਦਿਆਲ ਜੀ ਨੇ ਸੰਦੇਹ ਦਾ ਨਿਵਾਰਨ ਕਰਦੇ ਹੋਏ ਨਾਨਕ ਨਾਮ ਦੇ ਅੱਖਰੀ ਅਰਥ ਦਰਸਾਉਣਾ ਕੀਤੇ ਕਿ ਨਾਨਕ ਉਹ ਹੈ ਜਿਨ੍ਹਾਂ ਨੂੰ ਨਹੀਂ ਹੈ ਦੁੱਖ, ਜਿਹੜੇ ਸਦਾ ਹੀ ਸੱਚ ਦਾ ਆਨੰਦ ਦਾ ਸਰੂਪ ਨੇ। ਇੱਧਰ ਸਮੇਂ ਦੇ ਨਾਲ ਸਤਿਗੁਰੂ ਦੇਵ ਜੀ ਨੇ ਬੇਅੰਤ ਹੀ ਬਾਲ ਕੌਤਕ ਵਰਤਾਉਣਾ ਕੀਤੇ ਅਤੇ ਬਹੁਤ ਹੀ ਜ਼ਿਆਦਾ ਸਤਿਗੁਰੂ ਦੇਵ ਜੀ ਦੇ ਪਿਆਰੇ ਮਨ ਨੂੰ ਮੋਹ ਲੈਣ ਵਾਲੇ ਸਰੂਪ ਦਾ ਦੀਦਾਰ ਬਾਲ ਸਰੂਪ ਦੇ ਵਿੱਚ ਬਾਲਕ ਉਹਨਾਂ ਦੇ ਕਰਦੇ ਹਨ। ਹੋਰ ਬੜੇ ਜਗਤ ਜੀਵ ਉਹਨਾਂ ਦੀ ਮਹਾਨ ਬਾਹਰੀ ਦਿੱਖ ਨੂੰ ਦੇਖ ਉਹਨਾਂ ਦੀ ਆਪ ਮੁਹਾਰੇ ਚਰਚਾ ਕਰਦੇ ਹੈ। ਸਮਾਂ ਆਪਦੀ ਚਾਲ ਚੱਲਦਾ ਜਾ ਰਿਹਾ ਹੈ ਅਤੇ ਸਤਿਗੁਰੂ ਦੇਵ ਜੀ ਹੁਣ ਸਰੀਰ ਕਰ 5 ਸਾਲਾਂ ਦੇ ਹੋਏ ਨੇ। ਤੋ ਇੱਥੋਂ ਕੁ ਤਾਈਂ ਕੱਲ੍ਹ ਆਪਾਂ ਇਹ ਪ੍ਰਸੰਗ ਸਮਝਣਾ ਅਤੇ ਵਿਚਾਰਨਾ ਕੀਤਾ ਸੀ। ਸੋ ਆਓ ਅਗਲੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ। ਪ੍ਰੇਮ ਅਤੇ ਸਤਿਕਾਰ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾਂਤ ਬਰਖ ਕੀ ਹੋਈ ਵੈਸਾ, ਕਰਨ ਲੱਗੇ ਕਾਰਜ ਪੁਨ ਐਸਾ। ਜਦੋਂ 5 ਸਾਲ ਦੀ ਉਮਰ ਬਾਹਰੀ ਤੌਰ 'ਤੇ ਮਾਤਾ ਤ੍ਰਿਪਤਾ ਜੀ ਕੇ ਲਾਲ ਸਤਿਗੁਰੂ ਨਾਨਕ ਸਾਹਿਬ ਜੀ ਦੀ ਹੋਈ ਹੈ ਜੀ। ਲੈ ਵਸਤ ਕਰ ਬਾਹਰ ਜਾਵਹੀਂ, ਜੋ ਲੈ ਵਹ ਸੋ ਜਾਏ ਗਵਾਵਹੀਂ। ਅਤੇ ਘਰੋਂ ਕੁਝ ਹੁਣ ਲੋੜੀਂਦੀਆਂ ਹੁਣ ਜਿੰਨੀਆਂ ਕੁ ਵਸਤੂਆਂ ਨੇ ਜਿਹੜੀਆਂ ਹੁਣ ਉਹ ਚੁੱਕ ਸਕਦੇ ਹੈ ਬਾਹਰੀ ਸਰੀਰਕ ਬਲ ਨਾਲ, ਹੁਣ ਉਹ ਵਸਤੂ ਹੁਣ ਆਪਣੇ ਹੱਥ 'ਚ ਆਉਂਦੀ ਹੈ ਲੈਂਦੇ ਹੈ ਅਤੇ ਬਾਹਰ ਖੇਡਦੇ ਖੇਡਦੇ ਖਾਣੀਆਂ ਦੇ ਢਾਣੀ ਤਾਈਂ ਚਲੇ ਜਾਂਦੇ ਹੈ ਜੀ। ਭਾਂਜਨ ਭੁਖਨ ਬਸਨ ਜੇ, ਨਿਜ ਨਕੇਤ ਤੇ ਲੈ। ਅਤੇ ਘਰੋਂ ਫਿਰ ਕੀ ਲਿਜਾਂਦੇ ਆ ਛੋਟੇ ਛੋਟੇ ਭਾਂਡੇ, ਫਿਰ ਆਪਣੇ ਹੁਣ ਹੱਥਾਂ ਦੇ ਵਿੱਚ ਪਹਿਨਾਏ ਹੋਏ ਸੋਹਣੇ ਗਹਿਣੇ ਅਤੇ ਆਪਣੇ ਤਨ ਤਾਈਂ ਸਜਾਏ ਹੋਏ ਸੋਹਣੇ ਵਸਤਰ ਜੀ। ਜਾਏ ਨਿਰਸ ਤਹੇ ਜਾਏ ਤਹੇ, ਜਹ ਅਗਾਤ ਦਿਨੇ। ਅਤੇ ਉਹਨਾਂ ਤਾਈਂ ਹੁਣ ਬਾਹਰੇ ਆਪਣੇ ਤਾਈਂ ਲਗਾਏ ਹੋਏ ਭਾਂਡੇ, ਆਪਣੇ ਪਹਿਨੇ ਹੋਏ ਕੰਗਣ ਹੁਣ ਉਹਨਾਂ ਤਾਈਂ ਦੇ ਦਿੰਦੇ ਆ ਵੀ ਜਿਨ੍ਹਾਂ ਤਾਈਂ ਇਹ ਹੁਣ ਲੋੜੀਂਦੇ ਪਦਾਰਥ ਨਹੀਂ ਹੁੰਦੇ, ਵੀ ਜਿਹੜਾ ਕੋਈ ਉਹਨਾਂ ਤਾਈਂ ਦੀਨ ਦਿਖਾਈ ਦਿੰਦਾ ਹੁਣ ਲੋੜਵੰਦ ਤਾਈਂ ਬਰਤਨ ਦੇ ਆਉਂਦੇ ਆ ਅਤੇ ਘਰੋਂ ਲੈ ਗਏ ਹੋਏ ਬਰਤਨ ਵਾਪਸ ਨਹੀਂ ਲਿਆਉਂਦੇ ਜੀ। ਚੌਪਈ ਕਰਤ ਨਿਤਾ ਪ੍ਰਤ ਇਹ ਵਿਤਕਾਰ, ਦਇਆ ਕਰਨ ਕੋ ਜਿਹੇ ਵਿਵਹਾਰ। ਇਹ ਸਤਿਗੁਰੂ ਦੇਵ ਜੀ ਦਾ ਹੁਣ ਰੋਜ਼ ਦਾ ਹੀ ਕਾਰਜ ਹੈ ਦਇਆ ਕਰਨਾ, ਪਰਉਪਕਾਰ ਕਰਨਾ, ਕਿਉਂਕਿ ਹੁਣ ਆਏ ਪਰਉਪਕਾਰ ਕਰਨ ਵਾਸਤੇ ਹੈ, ਦਇਆ ਦ੍ਰਿਸ਼ਟੀ ਕਰਨ ਵਾਸਤੇ ਹੈ। ਉਹ ਆਪਣਾ ਫਿਰ ਮੂਲ ਕਾਰਜ ਕਰਨ ਵਿੱਚ ਸਤਿਗੁਰੂ ਗੁਰਦੇਵ ਬਾਲ ਅਵਸਥਾ ਵਿੱਚ ਹੀ ਹੁਣ ਰੁੱਝੇ ਹੈ ਜੀ। ਇੱਕ ਬਸਰ ਇੱਕ ਭਾਂਜਨ ਲੀਨਾ, ਰੰਗ ਪਿਖਿਓ ਤੇ ਇੱਕ ਤਹ ਸੁੱਟ ਦੀਨਾ। ਅਤੇ ਇੱਕ ਦਿਨ ਦੀ ਗੱਲ ਹੈ, ਹੁਣ ਆਪਣੇ ਵਿਹਾਰ ਦੇ ਮੁਤਾਬਕ ਰੋਜ਼ ਹੀ ਹੁਣ ਬਰਤਨ ਕੋਈ ਨਾ ਕੋਈ ਲਿਜਾਂਦੇ ਹੈ ਅਤੇ ਬਾਹਰ ਸੁੱਟ ਆਉਂਦੇ ਆ, ਕਿਸੇ ਲੋੜਵੰਦ ਤਾਈਂ ਦੇ ਆਉਂਦੇ ਹੈ। ਅਤੇ ਇੱਕ ਦਿਨ ਹੁਣ ਇੱਕ ਬਰਤਨ ਘਰੋਂ ਲਗਾਏ ਹੈ ਅਤੇ ਹੁਣ ਬਾਹਰ ਲੋੜਵੰਦ ਦਿਖਾਈ ਦਿੱਤਾ ਅਤੇ ਉਹਦੇ ਸਪੁਰਦ ਕਰ ਆਏ ਹੈ ਜੀ। ਮੁਰ ਕਰ ਨਿਜ ਆਏ ਜਬਹੀ, ਮੁਰ ਕਰ ਨਿਜ ਘਰ ਆਏ ਜਬਹੀ, ਜਨਨੀ ਹੀਰੇ ਰੋਸੀ ਤਬਹੀ। ਅਤੇ ਅੱਗੋਂ ਜਦੋਂ ਹੁਣ ਖਾਲੀ ਹੱਥ ਆਏ ਹੈ ਅਤੇ ਮਾਤਾ ਤ੍ਰਿਪਤਾ ਜੀ ਦੀ ਅੱਜ ਹੁਣ ਪੂਰੀ ਨਿਗਾਹ ਸੀ ਆਪਣੇ ਬਾਲ ਪੁੱਤਰ ਸਤਿਗੁਰੂ ਨਾਨਕ ਸਾਹਿਬ ਜੀ ਉੱਪਰ। ਅਤੇ ਸਤਿਗੁਰੂ ਦੇਵ ਜੀ ਜਦੋਂ ਵਾਪਸ ਆਏ ਅਤੇ ਬਰਤਨ ਹੱਥ ਵਿੱਚ ਨਹੀਂ ਹੈ
ਤੇ ਮਾਤਾ ਜੀ ਨੇ ਉਸੇ ਵੇਲੇ ਥੋੜਾ ਜਿਹਾ ਸਖਤੀ ਭਰਿਆ ਰੁਖ ਕਰਨਾ ਆਪਣੇ ਬਾਲ ਪੁੱਤਰ ਦਾ ਹੀ ਕੀਤਾ ਹੈ ਜੀ। ਬੂਝਣ ਲਗੀ ਕਹਾਂ ਤਾਂ ਗੇਰਾ, ਸਭ ਠੋਕਰ ਮਹ ਭਈ ਨੰਦੇਰਾ। ਮਾਤਾ ਜੀ ਕਹਿਣ ਲੱਗੇ ਦੱਸੋ ਛੇਤੀ ਦੇ ਨਾਲ ਵੀ ਆ ਹੁਣੇ ਤੁਹਾਡੇ ਹੱਥ ਵਿੱਚ ਬਰਤਨ ਮੈਂ ਦੇਖਿਆ ਤੇ ਆ ਤੁਸੀਂ ਅੱਖ ਭਲਕਣ ਜਿਤਨਾ ਹੀ ਸਮਾਂ ਬਾਹਰ ਗਏ ਤੇ ਬਾਹਰ ਕਿਤੇ ਸੁੱਟ ਕੇ ਆਏ ਹੋ। ਛੇਤੀ ਨਾਲ ਮੇਰੇ ਤਾਂ ਸਾਰੀ ਗੱਲ ਸੱਚੋ ਸੱਚ ਦੱਸਣਾ ਕਰੋ ਜੀ। ਮੁਖ ਤੇ ਕਹੈ ਨਾ ਉਤਰ ਕੋ, ਭਏ ਤੁਸ਼ਨੀ ਗਦਤਾ ਗਦਤਾ ਜੋ। ਹੁਣ ਆਪਣੇ ਬੰਦੋ ਸਤਿਗੁਰ ਦੇਵ ਜੀ ਚੁੱਪ ਨੇ, ਕੁਝ ਵੀ ਨਹੀਂ ਬੋਲ ਰਹੇ। ਕਿਉਂਕਿ ਜਗਤ ਜੀਵਾਂ ਦੇ ਉੱਪਰ ਪਰਉਪਕਾਰ ਆਪਣੇ ਸੁਭਾਅ ਅਨੁਸਾਰ ਕਰ ਰਹੇ ਹੈ ਤੇ ਆਪਣੇ ਬੰਨਿਓ ਕੋਈ ਜਵਾਬ ਮੁਕਤੀ ਦਾ ਤੇ ਨਹੀਂ ਜਨਾ ਰਹੇ ਜੀ। ਕਰਮ ਹਲੇ ਲਕਰੀ ਤਬ ਮਾਤਾ, ਦਰ ਪਾਵਨ ਲਾਗੀ ਨਿਜ ਦਾਤਾ। ਮਾਤਾ ਤ੍ਰਿਪਤਾ ਜੀ ਨੇ ਵੀ ਅੱਜ ਥੋੜਾ ਜਿਹਾ ਰੁਖ ਸਖਤੀ ਭਰਿਆ ਹਥਿਆਰ ਕੀਤਾ। ਇੱਕ ਹੱਥ ਵਿੱਚ ਛੋਟਾ ਜਿਹਾ ਹੁਣ ਲੱਕੜੀ ਦਾ ਡੰਡਾ ਲਿਆ ਤੇ ਆਪਣੇ ਪੁੱਤਰ ਸਤਿਗੁਰ ਦੇਵ ਜੀ ਨੂੰ ਹੁਣ ਡਾਂਟਣ ਲੱਗੀ ਹੈ ਜੀ। ਦੋਹਰਾ ਮ੍ਰਿਗ ਅਪਰਕ ਮੈਂ ਭਰਕ ਸੇ, ਚਕਤ ਚਖ ਕਰੇ ਨੀਚ ਕੋ ਡਰ ਮਾਤ। ਜਦੋਂ ਵੀ ਮਾਤਾ ਜੀ ਨੇ ਸਖਤੀ ਭਰਿਆ ਸਰੂਪ ਹੁਣ ਆਪਣੇ ਬਾਲ ਪੁੱਤਰ ਨਾਲ ਆਰੰਭਿਆ ਤੇ ਹੁਣ ਬਹੁਤ ਸੋਹਣੇ ਹੁਣ ਮਿਰਗ ਨੈਣ ਦੀ ਨਿਆਈ ਜੋ ਨੇਤਰ ਨੇ ਉਹਨਾਂ ਦੇ ਵਿੱਚ ਹੁਣ ਅਥਰੂ ਭਰ ਆਉਂਦੇ ਹੈ ਜੀ। ਸਜਲ ਭਏ ਝੱਕ ਦੋ ਮਨੋ, ਸਜਲ ਭਏ ਝੱਕ ਦੋ ਮਨੋ, ਝੂਰਤ ਸਰਤਾ ਗਾਤ। ਤੇ ਬਹੁਤ ਜ਼ਿਆਦਾ ਅੱਖਾਂ ਦੇ ਵਿੱਚ ਹੁਣ ਅਥਰੂ ਘੇਰ ਰਹੇ ਹੈ ਤੇ ਦੇਖਦੇ ਦੇਖਦੇ ਬਹੁਤ ਜ਼ਿਆਦਾ ਚਿਹਰਾ ਹੁਣ ਅਥਰੂਆਂ ਦੇ ਨਾਲ ਨਮ ਹੋਇਆ ਤੇ ਮਾਨੋ ਹੁਣ ਅਥਰੂਆਂ ਦੇ ਨਾਲ ਨਦੀ ਪਾਣੀ ਦੀ ਵਗਾ ਦਿੱਤੀ ਹੋਵੇ ਜੀ। ਜੋ ਪਈ ਲਾਲੂ ਪ੍ਰਤਬੰਧ ਤਬ ਆਇਓ, ਕਰਨਾ ਰਸ ਮਹੇ ਹੋ ਛੁਟਕਾਇਓ। ਤੇ ਇਧਰ ਜਦੋਂ ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਤਾਂ ਸਖਤੀ ਵਰਤ ਰਹੇ ਹੈ ਤੇ ਬਾਬਾ ਲਾਲੂ ਜੀ ਆਏ ਤੇ ਬਾਬਾ ਲਾਲੂ ਜੀ ਚਾਚਾ ਨੇ ਤੇ ਆਪਣੀ ਵੱਡੀ ਭਰਜਾਈ ਮਾਤਾ ਤ੍ਰਿਪਤਾ ਜੀ ਦਾ ਹੀ ਹੁਣ ਬਾਲਕ ਦੇ ਨਾਲ ਕੀਤਾ ਜਾਣ ਵਾਲਾ ਸਖਤੀ ਭਰਿਆ ਜਿਹੜਾ ਸਲੂਕ ਹੈ ਉਹਦੇ ਕਾਰਨ ਕਰਕੇ ਉਹਨਾਂ ਤਾਂ ਥੋੜਾ ਜਿਹਾ ਡਾਂਟਦੇ ਆਪਣੇ ਵੱਲੋਂ ਹੈ ਜੀ। ਰਸ ਕੀਨੇ ਕਹੇ ਪਨਵਕੂ, ਬਹੁ ਔਗਣ ਕੀਨੇ ਇਨ ਪ੍ਰਕੂ। ਤੇ ਹੁਣ ਆਪਣੇ ਵੱਲੋਂ ਸਮਝਾਉਣ ਲੱਗੇ ਆਪਣੀ ਵੱਡੀ ਭਰਜਾਈ ਮਾਤਾ ਤ੍ਰਿਪਤਾ ਜੀ ਤਾਂ, ਕਿਉਂਕਿ ਬਾਬਾ ਕਾਲੂ ਜੀ ਦੇ ਭਰਾਤਾ ਨੇ ਬਾਬਾ ਲਾਲੂ ਜੀ। ਹੁਣ ਬਾਬਾ ਲਾਲੂ ਜੀ ਕਹਿਣ ਲੱਗੇ ਨਹੀਂ ਵੀ ਇਹ ਹੁਣ ਤੁਹਾਡਾ ਇਹਨਾਂ ਦੇ ਨਾਲ ਇਹ ਸਲੂਕ ਹੈ ਜਿਹੜਾ ਠੀਕ ਨਹੀਂ ਹੈ। ਕਿ ਅੱਗੋਂ ਮਾਤਾ ਤ੍ਰਿਪਤਾ ਜੀ ਅਜੇ ਬੜੇ ਰੋਹ ਵਿੱਚ ਕਹਿਣ ਲੱਗੇ ਕਿ ਨਹੀਂ ਇਹ ਅੱਜ ਨਹੀਂ, ਇਹ ਔਗਣ ਕਰਨ ਲੱਗੇ ਮੈਂ ਪਿਛਲੇ ਕਈ ਰੋਜ਼ ਤੋਂ ਦੇਖ ਰਹੀ ਹਾਂ ਇਹਨਾਂ ਨੇ ਬਹੁਤ ਸਾਰੇ ਘਰ ਦੇ ਭਾਂਡੇ ਬਾਹਰ ਗਵਾਉਣਾ ਕੀਤੇ ਹੈ ਜੀ। ਲੈ ਸਦਨ ਤੇ ਵਸਤ ਜੋ ਹੀ ਰਹੀ, ਬਹਰਨਾ ਨਹਿ ਬਾਹਰ ਗੇ ਰਹੀ। ਲਾਲੂ ਜੀ ਤੁਹਾਨੂੰ ਨਹੀਂ ਪਤਾ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਹੁਣ ਇਹ ਸ਼ਰਾਰਤ ਕਰਨ ਲੱਗੇ ਹੈ। ਇਹਨਾਂ ਨੇ ਇਕੱਲੇ ਭਾਂਡੇ ਹੀ ਨਹੀਂ, ਇਹਨਾਂ ਨੇ ਤੇ ਆਪਣੇ ਕੰਗਣ ਵੀ ਪਤਾ ਨਹੀਂ ਕਿੰਨੇ ਵਾਰ ਗਵਾਉਣਾ ਬਾਹਰ ਕੀਤੇ ਹੈ। ਤੇ ਇਹਨਾਂ ਦੇ ਨਾਲ ਅੱਜ ਮੈਨੂੰ ਇਹ ਸਖਤੀ ਭਰਿਆ ਰੁੱਖ ਹੁਣ ਅਪਣਾ ਹੀ ਲੈਣ ਦਿਓ ਜੀ। ਨਿਠਰ ਨਿਡਰ ਜੋ ਢੀਠ ਇਸ ਜੈਸਾ, ਤਬ ਲੋ ਹਉ ਨਾ ਨਿਹਾਇਓ ਵੈਸਾ। ਉਹ ਮਾਤਾ ਜੀ ਕਹਿਣ ਲੱਗੇ ਲਾਲੂ ਜੀ ਤੁਹਾਨੂੰ ਨਹੀਂ ਪਤਾ ਮੈਂ ਇਹਦੇ ਵਰਗਾ ਹੁਣ ਬਹੁਤ ਜ਼ਿਆਦਾ ਢੀਠ ਬਾਲਕ ਅੱਜ ਤਾਈਂ ਨਹੀਂ ਦੇਖਿਆ। ਹੁਣ ਇਹ ਆਪਣੇ ਬੰਦਿਓ ਹੁਣ ਢੀਠਤਾ ਇਹਦੀ ਹੱਦ ਪਾਰ ਕਰਨ ਲੱਗੇ ਤੇ ਮੈਂ ਇਹਦੇ ਤਾਂ ਹੀ ਹੁਣੇ ਹੀ ਆਪਣੇ ਨਿਯਮ ਦੇ ਬੰਧਨ ਵਿੱਚ ਬੰਨ੍ਹ ਕੇ ਹੁਣ ਰੱਖਣਾ ਲੋਚਦੀ ਹਾਂ ਜੀ। ਪੂਰਬ ਇਨ ਬਹੁ ਬਾਤੁ ਗਵਾਈ, ਹਉ ਕਹਿ ਰਹੀ ਸਮਝ ਨਹਿ ਆਈ। ਤੇ ਪਹਿਲਾਂ ਮੈਂ ਇਹਨਾਂ ਨੂੰ ਬਹੁਤ ਦਿਨਾਂ ਤੋਂ ਸਮਝਾਉਂਦੀ ਆ ਰਹੀ ਹਾਂ ਪਰ ਇਹਨਾਂ ਨੇ ਮੇਰੀ ਇੱਕ ਵੀ ਗੱਲ ਨਹੀਂ ਸਮਝਣਾ ਤੇ ਸਵੀਕਾਰ ਨਾ ਕੀਤੀ, ਜਿਹਦੇ ਕਾਰਨ ਕਰਕੇ ਅੱਜ ਮਜਬੂਰੀ ਬਸ ਮੈਂ ਇਸ ਡੰਡੇ ਦੇ ਨਾਲ ਇਹਨਾਂ ਨੂੰ ਆਪਣੇ ਚਿੱਤ ਵਾਲੀ ਗੱਲ ਸਮਝਾਉਣ ਲੱਗੀ ਹਾਂ ਜੀ। ਸਾਸਨ ਜੋਗ ਅਬਹਿ ਮੁਝ ਛੋਰਾ, ਐਸਾ ਕਾਜ ਨ ਕਰ ਪੁਨ ਔਰਾ। ਤੇ ਮੈਂ ਇਹਨਾਂ ਤਾਈਂ ਅੱਜ ਸਮਝਾ ਕੇ ਸਾਹ ਲਵਾਂਗੀ ਵੀ ਇਹ ਭਲਕੇ ਤਾਈਂ ਹੁਣ ਐਸਾ ਕਰਮ ਕਰਨ ਤੋਂ ਕਿਤੇ ਹੀਆ ਨਾ ਕਰਨ। ਹੁਣ ਬਾਬਾ ਕਾਲੂ ਜੀ ਤਾਈਂ ਵੀ ਮਾਤਾ ਤ੍ਰਿਪਤਾ ਜੀ ਆਪਣੇ ਚਿੱਤ ਵਾਲੀ ਵਿਚਾਰ ਸਮਝਾ ਰਹੇ ਹੈ ਜੀ। ਦੋਹਰਾ ਜਨਨੀ ਜੋ ਸਮਝਾਇ ਕੈ, ਉਰ ਪਰ ਆਇਓ ਨੇਹ। ਇਧਰ ਆਪਣੇ ਬੰਦਿਓ ਜਦੋਂ ਮਾਤਾ ਤ੍ਰਿਪਤਾ ਜੀ ਹੁਣ ਗੁੱਸਾ ਹੁਣ ਜੋ ਆਪਣੇ ਬਾਲ ਪੁੱਤਰ ਦਾ ਹੀ ਹੈ ਹੁਣ ਜਦੋਂ ਠੰਡਾ ਹੁੰਦਾ ਤੇ ਬਹੁਤ ਜ਼ਿਆਦਾ ਫਿਰ ਮੋਹ ਮਮਤਾ ਕਰਕੇ ਜਾਗਰਤ ਹੋਇਆ
ਤੇ ਛੇਤੀ ਦੇ ਨਾਲ ਆਪਣੇ ਪੁੱਤਰ ਨੂੰ ਮਾਤਾ ਤ੍ਰਿਪਤਾ ਜੀ ਆਪਣੇ ਕੁੱਛੜ ਵਿੱਚ ਰਹਿੰਦੇ ਹੈ ਜੀ। ਕਰ ਗਹਿ ਅੰਗ ਬਿਠਾਇਓ ਨਿਜ ਸੁਟ ਕਰਨਾ ਗੇਹ। ਤੇ ਆਪਣੇ ਪੁੱਤਰ ਨੂੰ ਫਿਰ ਮੋਹ ਕਰਨ ਲੱਗੇ ਐ, ਸਨੇਹ ਕਰਨ ਲੱਗੇ ਐ ਤੇ ਬਹੁਤਾ ਪਿਆਰ ਤੇ ਦੁਲਾਰ ਜਨਾਉਂਦੇ ਹੋਏ ਆਪਣੇ ਕੁੱਛੜ ਵਿੱਚ ਬਿਠਾ ਰਹੇ ਐ ਤੇ ਉਹਨਾਂ ਅੱਖਾਂ ਚੋਂ ਆ ਰਹੇ ਅਥਰੂ ਪੋਛਣ ਲੱਗੇ ਹੈ ਜੀ। ਚੌਪਈ ਪੋਛਤ ਈਛਨਾ ਸ਼ਵਸਨਨ ਸ਼ਬ ਸ਼ਕੀ ਮੋਹ ਮੈਂ ਪਿਖ ਜਨਨੀ ਤਬ। ਤੇ ਜਿਵੇਂ ਨਾਲੇ ਤੇ ਮਾਤਾ ਤ੍ਰਿਪਤਾ ਜੀ ਹੁਣ ਆਪਣੇ ਬਾਲ ਪੁੱਤਰ ਸਤਿਗੁਰੂ ਨਾਨਕ ਸਾਹਿਬ ਜੀ ਦੇ ਮੁਖ ਤੋਂ ਅਥਰੂ ਪੂਛ ਰਹੇ ਐ ਤੇ ਨਾਲੇ ਬਹੁਤ ਜ਼ਿਆਦਾ ਆਪਣੇ ਵੱਲੋਂ ਕੀਤੀ ਹੋਈ ਸਖਤੀ ਤੇ ਪਛਤਾਪ ਕਰਨ ਲੱਗੇ ਹੈ ਜੀ। ਪਛਤਾਪ ਕਰਦ ਜਿਤ ਮਾਹੀ ਹਮਰੇ ਸਦਨੇ ਕਸੁਤ ਆਹੀ। ਹੁਣ ਆਪਣੇ ਤਾਈ ਹੁਣ ਮਾਤਾ ਤ੍ਰਿਪਤਾ ਜੀ ਹੁਣ ਕਹਿਣ ਲੱਗੇ ਕਿ ਮੇਰੇ ਤਾਈ ਇਹ ਗੱਲ ਠੀਕ ਨਹੀਂ। ਹੁਣ ਸਾਡੇ ਘਰ ਕੋਈ ਦਾ ਪੁੱਤਰ ਹੈ, ਇੱਕ ਨਾਨਕ ਕੀ ਹੈ, ਇੱਕ ਨਾਨਕ ਹੁਣ ਉਹਨਾਂ ਤੋਂ 5 ਸਾਲ ਛੋਟਾ ਹੈ। ਹੁਣ ਸਾਡੇ ਘਰ ਵਿਧਾਤਾ ਨੇ ਦੋ ਤੇ ਬਾਲ ਦਿੱਤੇ ਹੈ ਤੇ ਉਹਨਾਂ ਬਾਲ ਹੁਣ ਮੇਰੇ ਤਾਈ ਹੁਣ ਇੱਕੋ ਹੀ ਤੇ ਹੈ। ਮੇਰੇ ਤਾਈ ਇਹਨਾਂ ਦੇ ਨਾਲੇ ਸਲੂਕ ਅੱਜ ਜੋ ਕੀਤਾ ਹੈ ਕਰਨਾ ਸ਼ੋਭਦਾ ਨਹੀਂ ਜੀ। ਬਾਲ ਬਸ ਹੀ ਆਪਨ ਪਰਖੋ ਹਾਨ ਲਾਭ ਨਹ ਜਾਣਹਿ ਘਰ ਕੋ। ਅਜੇ ਤੇ ਬਾਲਕ ਹੈ। ਹੁਣ ਮਾਤਾ ਤ੍ਰਿਪਤਾ ਜੀ ਆਪਣੇ ਆਪ ਨੂੰ ਸਮਝਾ ਰਹੇ, ਹੁਣ ਕਹਿ ਰਹੇ ਵੀ ਦੇਖ ਤ੍ਰਿਪਤਾ ਵੀ ਤੂੰ ਠੀਕ ਨਹੀਂ ਕੀਤਾ ਅੱਜ। ਇਹ ਅਜੇ ਬਾਲਕ ਹੈ, ਅਜੇ ਇਹਨੂੰ ਗਿਆਨ ਨਹੀਂ, ਅਜੇ ਇਹਨੂੰ ਸਮਝ ਨਹੀਂ ਵੀ ਘਰ ਦਾ ਹੁਣ ਸਾਜੋ ਸਮਾਨ ਕਿੰਨਾ ਕੀਮਤੀ ਹੈ। ਵੀ ਜੇ ਮੈਂ ਘਰੋਂ ਬਾਹਰ ਸੁੱਟ ਕੇ ਆਉਂਦਾ ਘਰੇ ਇਹ ਬਰਤਨ ਗਵਾਚਣ ਕਰਕੇ ਕਿੰਨਾ ਮਾਲੀ ਨੁਕਸਾਨ ਹੁੰਦਾ ਜਾਂ ਕਿ ਲਾਭ ਹੁੰਦਾ। ਜੇ ਇਹਨੂੰ ਹੁਣ ਘਾਟੇ ਦਾ ਤੇ ਮੁਨਾਫੇ ਦਾ ਗਿਆਨ ਨਹੀਂ ਹੈ। ਤੂੰ ਮੇਰੇ ਲਈ ਮੇਰੇ ਪੁੱਤਰ ਦੇ ਪਰਥਾਏ ਆ ਜੋ ਮੈਂ ਹੁਣੇ ਸੁਭਾਅ ਹੁਣ ਵਧੀਕੀ ਭਰਿਆ ਅਖਤਿਆਰ ਕੀਤਾ ਉਹ ਸ਼ੋਭਦਾ ਨਹੀਂ ਹੈ ਜੀ। ਵੱਡੋ ਹੋਏ ਸਮਝਹਿ ਸਭ ਰੀਤੀ ਅੰਦਰ ਪਾਵਨ ਕੀ ਨਹਿ ਰੀਤੀ। ਇਹ ਆਪੇ ਵੱਡਾ ਜਦੋਂ ਮੇਰਾ ਪੁੱਤਰ ਹੋਏਗਾ ਸਮਝੇਗਾ ਕਿ ਮੇਰੇ ਤਾਈਂ ਹੁਣੇ ਹੀ ਬਾਲ ਅਵਸਥਾ ਦੇ ਵਿੱਚ ਇਸ ਬੱਚੇ ਨੂੰ ਬਹੁਤਾ ਡਰਾਉਣਾ ਧਮਕਾਉਣਾ ਤੇ ਇਹ ਸ਼ਕਤੀ ਭਰਿਆ ਰੁਖ ਅਪਣਾਉਣਾ ਠੀਕ ਨਹੀਂ ਹੈ ਜੀ। ਔਰ ਵਿਚਾਰ ਕਰੇ ਵਿਦ ਮਾਤਾ ਤਜਿ ਅੰਕ ਲੇਟ ਕਰ ਤਾਤਾ। ਮਾਤਾ ਜੀ ਨੇ ਸਾਰੀਆਂ ਗੱਲਾਂ ਚਿੱਤ ਵਿੱਚ ਵਾਚੀਆਂ ਤੇ ਆਪਣੇ ਪੁੱਤਰ ਤਾਈਂ ਹੁਣ ਕੀਤੇ ਸ਼ਕਤੀ ਭਰੇ ਹੁਣ ਸੁਭਾਅ ਤੇ ਜਿੱਥੇ ਪਛਤਾਪ ਕਰ ਰਹੇ ਹੈ ਉਥੇ ਨਾਲੋਂ ਨਾਲ ਬਹੁਤਾ ਆਪਣੇ ਪੁੱਤਰ ਤਾਈਂ ਸਨੇਹ ਵੀ ਆਪਣਾ ਜਤਲਾ ਰਹੇ ਹੈ ਜੀ। ਖੇਲਣ ਲੱਗੇ ਬਾਲਕਨ ਮਾਹੀ ਜਿਹ ਕੇ ਦਰਸ਼ਨ ਦੋਖਨ ਸਾਹੀ। ਤੇ ਇਧਰ ਹੁਣ ਬਾਲਕ ਜੀ ਜਦੋਂ ਮਾਤਾ ਬਹੁਤਾ ਸਨੇਹ ਆਪਣੇ ਵੱਲੋਂ ਹੁਣ ਕਰ ਹਟਦੇ ਐ ਤੇ ਫੇਰ ਮਾਤਾ ਜੀ ਤੋਂ ਛੁਡਾ ਆਪਣੇ ਆਪ ਨੂੰ ਬਾਹਰ ਬਾਲਕਾਂ ਦੇ ਨਾਲ ਖੇਡਣ ਚਲੇ ਜਾਂਦੇ ਹੈ ਜੀ। ਦੁਹਰਾ ਕਾਲੂ ਲਛਣ ਦੇਖ ਅਸ ਦੇਵ ਗਵਾਕ ਸੰਭਾਰ। ਇੱਧਰ ਬਾਬਾ ਕਾਲੂ ਜੀ ਵੀ ਆਪਣੇ ਪੁੱਤਰ ਦੇ ਨਾਂ ਬਾਹਰ ਹੀ ਹੁਣ ਲੱਛਣਾਂ ਤੇ ਬਹੁਤ ਜ਼ਿਆਦਾ ਚਿੰਤਤ ਹੈ। ਇਹ ਆਪਣੇ ਵੱਲੋਂ ਪੰਡਤ ਹਰਦਿਆਲ ਜੀ ਦੇ ਪਾਸ ਉਹਨਾਂ ਦੇ ਘਰ ਜਾਂਦੇ ਹੈ ਜੀ। ਗਿਣਤ ਗੱਟੀ ਉਰ ਅਟਪਟੀ ਦੇਖ ਕੇ ਗਇਓ ਅਗਾਰ। ਤੇ ਹੁਣ ਬਾਬਾ ਕਾਲੂ ਜੀ ਹੁਣ ਪੰਡਤ ਹਰਦਿਆਲ ਜੀ ਦੇ ਘਰ ਗਏ ਤੇ ਚਿੱਤ ਵਿੱਚ ਗਿਣਤੀਆਂ ਗਿਣਦੇ ਗਏ ਐ ਕਿ ਮੇਰੇ ਤੇ ਹਰਦਿਆਲ ਨੇ ਦੇਖਿਆ ਸੀ ਧਨ ਬਹੁਤਾ ਕਮਾਏਗਾ, ਇਹ ਬਹੁਤ ਇਹਨਾਂ ਦਾ ਨਾਮਣਾ ਹੋਏਗਾ, ਬੜੀ ਇਹਨਾਂ ਦੀ ਜੈ ਜੈਕਾਰ ਹੋਏਗੀ। ਪਰ ਮੈਨੂੰ ਤੇ ਮੇਰੇ ਪੁੱਤਰ ਦੇ ਹੁਣ ਜਿਹੜੇ ਲੱਛਣ ਹੈ ਇਸ ਸਾਰੇ ਹੁਣ ਪੰਡਤ ਦੇ ਦਰਸਾਏ ਲੱਛਣਾਂ ਦੇ ਵਿਪਰੀਤ ਦਿਖਾਈ ਦੇਣ ਲੱਗੇ ਹੈ ਜੀ। ਚੌਪਈ ਨਿਜ ਕੋ ਦੇਖ ਬਦਨ ਤੇ ਬੋਲਿਓ ਭਲੋ ਆਪ ਨ ਜੋ ਰਸ ਟੋਲਿਓ। ਤੇ ਛੇਤੀ ਦੇ ਨਾਲ ਹੁਣ ਜਦੋਂ ਪਹੁੰਚੇ ਨਾ ਘਰ ਪੰਡਤ ਹਰਦਿਆਲ ਜੀ ਦੇ ਹਰਦਿਆਲ ਜੀ ਨਹੀਂ ਆਏ। ਪੰਡਤ ਆਪਣੇ ਤਾਈਂ ਪਟਵਾਰੀ ਮੈਂ ਤਾਂ ਕਲਿਆਣਦਾਸ ਨੂੰ ਦੇਖਿਆ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਆਓ ਪਟਵਾਰੀ ਜੀ। ਇਹ ਅੱਗੋਂ ਕਹਿਣ ਲੱਗੇ ਤੁਸੀਂ ਚੰਗਾ ਜੋਤਿਸ਼ ਟੋਲ ਕੇ ਹੁਣ ਮੇਰੇ ਪੁੱਤਰ ਦੀ ਜਨਮ ਪੱਤਰੀ ਲਿਖੀ। ਹੁਣ ਤੁਸੀਂ ਮੇਰੇ ਪੁੱਤਰ ਦੇ ਜਿਹੜੇ ਹੁਣ ਆਪਣੇ ਵੱਲੋਂ ਸ਼ੁਭ ਲੱਛਣ ਦਰਸਾਉਣਾ ਕੀਤੇ ਸੀ ਉਹ ਤੇ ਮੇਰੇ ਪੁੱਤਰ ਵਿੱਚ ਮੈਨੂੰ ਇੱਕ ਵੀ ਦਿਖਾਈ ਨਹੀਂ ਦਿੰਦੇ ਜੀ। ਇਹ ਕਿ ਤੁਮਰੋ ਕਹਿਓ ਨਾ ਫੁਰਪਾ ਏਕੂ ਵਰਣਨ ਕੀਨੇ ਗੁਣ ਜੋ ਅਨੇਕੋ। ਤੁਸੀਂ ਤਾਂ ਮੇਰੇ ਪੁੱਤਰ ਦੇ ਹੁਣ 32 ਸ਼ੁਭ ਲੱਛਣ ਮੇਰੇ ਤਾਂ ਦਰਸਾਏ ਸੀ ਤੇ ਮੈਨੂੰ ਤਾਂ ਉਹਨਾਂ ਦੇ ਵਿੱਚ ਇੱਕ ਵੀ ਲੱਛਣ ਨਹੀਂ ਦਿਖਾਈ ਦੇ ਰਿਹਾ ਜਿਹੜੇ ਤੁਸੀਂ ਮੇਰੇ ਧਿਆਨ ਗੋਚਰੇ ਹੁਣ ਉਹਨਾਂ ਦੇ ਜਨਮ ਸਮੇਂ ਕੀਤੇ ਸੀ ਜੀ। ਦੇਖ ਕੇ ਲੱਛਣ ਤੇ ਮੈਂ ਜਾਣੀ ਧਨ ਹਾਨੀ ਹੋਏ ਮਨ ਅਨਮਾਨੀ। ਤੇ ਮੈਂ ਤਾਂ ਹੁਣ ਉਹਨਾਂ ਦੇ ਲੱਛਣਾਂ ਤੋਂ ਹੁਣ ਬਿਨਾਂ ਤੁਹਾਡੇ ਜੋਤਿਸ਼ ਦੇ ਗਿਆਨ ਤੋਂ ਟੇਵਾਏ ਲਾਉਂਦਾ ਕਿ ਉਹ ਤਾਂ ਹੁਣ ਬਹੁਤ ਜ਼ਿਆਦਾ ਘਰ ਦੇ ਧਨ ਪਦਾਰਥ ਦਾ ਨੁਕਸਾਨ ਕਰਨਗੇ
ਤੁਸੀਂ ਤੇ ਕਿਹਾ ਸੀ ਕਿ ਨਾਨਕ ਬਹੁਤ ਚੜ੍ਹਦੀ ਕਲਾ ਵਾਲਾ ਹੋਵੇਗਾ, ਬੜਾ ਧਨ ਆਵੇਗਾ। ਤੁਹਾਡੇ ਜੋਤਿਸ਼ ਦੇ ਨਾਲ ਤੇ ਤੁਸੀਂ ਇਹ ਟੇਵਾ ਲਾਇਆ, ਪਰ ਮੈਂ ਬਿਨਾਂ ਜੋਤਿਸ਼ ਤੋਂ ਹੁਣ ਇਹ ਟੇਵਾ ਲਾ ਰਿਹਾ ਕਿ ਨਾਨਕ ਦੇ ਘਰ ਦਾ ਸਾਰਾ ਕੁਝ ਹੀ ਗਵਾ ਦੇਵੇਗਾ ਜੀ। ਭਲੋ ਛਤਰ ਮੁਝ ਧਾਮ ਫਿਰਾਇਓ, ਅਗਲੀ ਦੀਮੀ ਵਸਤ ਗਵਾਇਓ। ਤੇ ਤੁਸੀਂ ਤਾਂ ਕਿਹਾ ਸੀ ਕਿ ਤੁਹਾਡੇ ਨਾਂ ਤੇ ਹੁਣ ਬਹੁਤ ਜ਼ਿਆਦਾ ਫੁੱਲ ਚੜ੍ਹਨਗੇ, ਬੜਾ ਛਤਰ ਫਿਰੇਗਾ ਇਹਨਾਂ ਦੇ ਨਾਂ ਤੇ ਨਾਲੇ ਤੁਹਾਡੀ ਬਾੜੀ ਕਾਲੂ ਦੀ ਜੈ ਜੈਕਾਰ ਹੋਏਗੀ। ਪਰ ਮੈਨੂੰ ਤਾਂ ਇੰਝ ਲੱਗ ਰਿਹਾ ਵੀ ਮੇਰੇ ਘਰ ਜੋ ਹੁਣ ਹੈ ਉਹ ਵੀ ਇਹ ਸਾਰਾ ਕੁਝ ਗਵਾ ਛੇਤੀ ਦੇਣਗੇ ਜੀ। ਝੂਲੇ ਵਹ ਸੋ ਜਾਏ ਗਵਾਵਹੀਂ, ਮੁਝ ਜੇ ਨਹੀਂ ਕਛੂ ਬਤਾਵਹੀਂ। ਤੇ ਫਿਰ ਜਿਹੜਾ ਕੁਝ ਘਰੋਂ ਲੈ ਜਾਂਦੇ ਆ ਤੇ ਵਾਪਸ ਤੇ ਲਿਆਉਂਦੇ ਹੀ ਨਹੀਂ। ਤੇ ਜੇ ਫਿਰ ਘਰੋਂ ਪੁੱਛਿਆ ਜਾਂਦਾ ਨਾ ਮੇਰੇ ਤਾਂ ਹੀ ਕੋਈ ਨਾਨਕ ਜਵਾਬ ਦਿੰਦੇ ਹੈ, ਤੇ ਨਾ ਆਪਣੀ ਜਨਨੀ ਤ੍ਰਿਪਤਾ ਤਾਂ ਹੀ ਕੋਈ ਗੱਲ ਭੇਦ ਵਾਲੀ ਦੱਸਦੇ ਹੈ ਜੀ। ਗਣਨਾ ਗਿਨੀ ਗੁਣੀ ਨਿਰਗੁਣੀ, ਤੁਮ ਗੁਨਾਵਾਨ ਭਨੀ ਅਨਬਨੀ। ਤੇ ਮੈਨੂੰ ਇੰਝ ਲੱਗਦਾ ਵੀ ਪੰਡਤ ਜੀ ਤੁਸੀਂ ਜੋਤਿਸ਼ ਦਾ ਜਿਹੜਾ ਠੀਕ ਸੀ ਨਾ ਕਾਗਜ਼ ਲੇਖੇ ਵਾਲਾ, ਹੁਣ ਪੜ੍ਹਨਾ ਜੋਤਿਸ਼ ਦਾ ਟੇਵਾਲਾ ਉਹ ਪੜ੍ਹਨਾ ਹੀ ਭੁੱਲ ਗਏ। ਤੇ ਜਾਂ ਤੁਹਾਨੂੰ ਜਿਹੜੀ ਹੁਣ ਜੋਤਿਸ਼ ਦੀ ਗਿਣਤੀ ਕਰਨ ਵਿੱਚ ਕੋਈ ਔਕਾਈ ਲੱਗ ਗਈ ਹੈ ਜੀ। ਦੋਹਰਾ ਮਨ ਹਰ ਖਾਵਨ ਕੇ ਨਮਤਾ, ਮੁਝ ਸੋ ਕੇ ਦੋ ਸੁਨਾਏ। ਇਹ ਅੱਗੋਂ ਕਹਿਣ ਲੱਗੇ ਬਾਬਾ ਕਾਲੂ ਜੀ, ਪੰਡਤ ਜੀ ਮੈਨੂੰ ਸੱਚੋ ਸੱਚ ਗੱਲ ਦੱਸੋ ਵੀ ਤੁਸੀਂ ਉਸ ਵੇਲੇ ਮੇਰੇ ਪੁੱਤਰ ਦੇ ਜਨਮ ਸਮੇਂ ਜੋ ਗੱਲਾਂ ਕਹੀਆਂ ਸੀ, ਕਿਤੇ ਮੈਨੂੰ ਖੁਸ਼ ਕਰਨ ਵਾਸਤੇ ਤੇ ਬਹੁਤਾ ਧਨ ਪਦਾਰਥ ਲੈਣ ਵਾਸਤੇ ਤੇ ਨਹੀਂ ਜਨਾਈਆਂ ਸੀ ਜੀ। ਗਣਨਾ ਕਰਦੇ ਚੁੱਕ ਗਏ, ਕਿਤੋਂ ਨਾ ਜਾਣਿਓ ਜਾਏ। ਮੈਨੂੰ ਤਾਂ ਇੰਝ ਲੱਗਦਾ ਵੀ ਤੁਸੀਂ ਮੇਰੀ ਹੁਣ ਪ੍ਰਭਤਾ ਦੇ ਗੀਤ ਗਾ ਕੇ ਮੈਥੋਂ ਬਹੁਤਾ ਕੁਝ ਬਟੋਰਨੇ ਚਾਹੁੰਦੇ ਸੀ, ਪਰ ਲੱਛਣ ਹੁਣ ਤੁਸੀਂ ਠੀਕ ਇਹਨਾਂ ਦੇ ਬਾਚੇ ਨਹੀਂ। ਕਿਉਂਕਿ ਜਿਹੜੇ ਤੁਸੀਂ ਲੱਛਣ ਬਾਚੇ ਸੀ ਉਹ ਲੱਛਣ ਤਾਂ ਮੈਨੂੰ ਮੇਰੇ ਪੁੱਤਰ ਵਿੱਚ ਇੱਕ ਵੀ ਨਹੀਂ ਦਿਖਾਈ ਦੇ ਰਿਹਾ। ਤਾਂ ਤੇ ਪੰਡਿਤ ਜੀ ਤੁਸੀਂ ਦੁਬਾਰੇ ਆਪਣੀ ਇਸ ਜੋਤਿਸ਼ ਦੀ ਪੋਥੀ ਨੂੰ ਖੋਲ੍ਹ ਦੇਖਣਾ ਕਰੋ ਜੀ। ਜੋ ਪਈ ਸੁਣ ਕਰ ਜੀਵਨ ਕਾਲੂ ਬਾਨੀ, ਹੁਤੀ ਸ਼ਰਦਾ ਮਹਿਲ ਪਟਾਨੀ। ਤੇ ਜਦੋਂ ਬਾਬੇ ਕਾਲੂ ਜੀ ਦੀ ਹੁਣ ਬਾਹਰੀ ਹੁਣ ਵਿਚਾਰ ਸੁਣੀ ਹੈ, ਦੇਖਿਆ ਕਿ ਆਪਣੇ ਪੁੱਤਰ ਦੀ ਇਹਨਾਂ ਨੂੰ ਅਜੇ ਸਾਰ ਨਹੀਂ ਆਈ, ਤੇ ਆਪਣੇ ਵੱਲੋਂ ਪੰਡਿਤ ਹਰਦਿਆਲ ਜੀ ਬਾਬਾ ਕਾਲੂ ਜੀ ਤਾਂ ਹੀ ਨਿਸ਼ਚਾ ਹੁਣ ਜਤਲਾਉਂਦੇ ਹੋਏ ਕਹਿਣ ਲੱਗੇ ਹੈ ਜੀ। ਇਸ ਉਰ ਸ਼ਰਦਾ ਦੇਵਨ ਹੇਤੂ, ਬੋਲਿਓ ਬਚਨ ਬਿਪਰ ਕੁਲ ਕੇਤੂ। ਹੁਣ ਬੇਦੀ ਕੋਲ ਦੇ ਪੰਡਿਤ ਹਰਦਿਆਲ ਜੀ ਬਾਬਾ ਕਾਲੂ ਜੀ ਤਾਂ ਹੀ ਕਹਿਣ ਲੱਗੇ ਨਹੀਂ ਐਸੀ ਕੋਈ ਗੱਲ ਨਹੀਂ, ਤੁਸੀਂ ਹੁਣ ਮੇਰੀ ਇੱਕ ਗੱਲ ਹੋਰ ਧਿਆਨ ਨਾਲ ਥੋੜੀ ਸੁਣਨਾ ਇੰਝ ਕਰੋ ਜੀ। ਇੱਕ ਲੱਛਣ ਮੈਂ ਤਬ ਹੀ ਹੇਰਾ, ਕਹੇ ਨ ਸੋ ਤਿਖ ਆਨੰਦ ਤੇਰਾ। ਹੁਣ ਮੈਂ ਇੱਕ ਲੱਛਣ ਉਦੋਂ ਦੇਖਿਆ ਸੀ, ਪਰ ਮੈਂ ਉਸ ਵੇਲੇ ਤੁਹਾਡੇ ਤਾਈਂ ਇਹ ਲੱਛਣ ਦੀ ਵਿਚਾਰ ਦੱਸਣ ਤੋਂ ਸੰਕੋਚ ਕੀਤਾ। ਮੈਂ ਸਮਝਿਆ ਕਿ ਤੁਹਾਡੇ ਘਰੇ ਚਿਰ ਤੋਂ ਬਾਲਕ ਹੋਇਆ ਤੇ ਤੁਸੀਂ ਬਹੁਤ ਜ਼ਿਆਦਾ ਬਾਲਕ ਦੇ ਹੁਣ ਆਗਮਨ ਦੀ ਖੁਸ਼ੀ ਮਨਾਉਣ ਵਿੱਚ ਲੱਗੇ ਹੋ ਜੀ। ਪ੍ਰਗਟ ਭਇਓ ਮੈਂ ਸੋ ਅਬ ਜਾਣਿਓ, ਜੋ ਤੈਸੋ ਨਹੀਂ ਤਬਹਿ ਬਖਾਨਿਓ। ਤੇ ਮੈਂ ਹੁਣ ਤੁਹਾਨੂੰ ਕਾਰਨ ਦੱਸਦਾ ਜਿਹੜਾ ਮੈਂ ਤੁਹਾਨੂੰ ਉਸ ਵੇਲੇ ਇੱਕ ਇਹਨਾਂ ਦਾ ਲੱਛਣ ਨਹੀਂ ਸੀ ਦੱਸਿਆ। ਹੁਣ ਤੁਸੀਂ ਮੇਰੇ ਤਾਈਂ ਪੁੱਛਣ ਆਏ ਹੋ ਤੇ ਹੁਣ ਮੈਂ ਤੁਹਾਡੇ ਤਾਈਂ ਉਹ ਸਾਰੀ ਗੱਲ ਦੱਸਦਾ, ਕਿਉਂਕਿ ਹੁਣ ਦੱਸਣ ਦਾ ਠੀਕ ਸਮਾਂ ਹੈ ਜੀ। ਬਾਲਕ ਜੇ ਸੰਬੰਧੀ ਜਤੇ, ਮਹਿਮਾ ਲਖਨਾ ਸਕਹਿੰਗੇ ਤੇਤੇ। ਤੁਸੀਂ ਮੇਰੀ ਗੱਲ ਸੁਣੋ। ਪੰਡਤ ਜੀ ਕਹਿਣ ਲੱਗੇ ਹਰਦਿਆਲ ਜੀ ਕਲਿਆਣਦਾਸ ਜੀ ਤਾਈਂ ਵੀ ਮੇਰੀ ਗੱਲ ਇਹ ਸੁਣੋ ਕਿ ਇਹਨਾਂ ਦੇ ਜਿਤਨੇ ਸੰਗੀ ਸਾਥੀ ਹਨ ਉਹ ਇਹਨਾਂ ਦੀ ਸਾਰ ਨੂੰ ਨਹੀਂ ਨੇੜੇ ਰਹਿਣ ਵਾਲੇ ਜਾਣ ਸਕਣਗੇ ਜੀ। ਅਵਰ ਅਨੇਕ ਮਨੁਜ ਵਰਸਾਵਹੀ, ਕੋਈ ਕਸਨ ਬੰਦੀ ਸੁਖ ਪਾਵਹੀ। ਤੇ ਹੋਰ ਬੜੇ ਬਹੁਤੇ ਜੀਵ ਇਹਨਾਂ ਤੋਂ ਹੁਣ ਲਾਭਾਰਿਤ ਹੋਣਗੇ, ਬੜਾ ਆਪਣੇ ਤਾਈਂ ਇਹਨਾਂ ਤਾਈਂ ਕਿਰਤਾਰਥ ਹੋਣਗੇ, ਪਰ ਇੱਕ ਤੇ ਇਹਨਾਂ ਦੇ ਨੇੜੇ ਰਹਿਣ ਵਾਲੇ ਇਹਨਾਂ ਦੀ ਸਾਰ ਨਹੀਂ ਲੈਣਗੇ। ਇੱਕ ਇਹਨਾਂ ਦੇ ਜਿਹੜੇ ਸਾਕ ਸੰਬੰਧੀ ਹੈ, ਮਾਤਾ ਪਿਤਾ ਨੇ, ਕੋਈ ਹੋਰ ਨੇੜੇ ਦੇ ਜਿਹੜੇ ਸਾਕਦਾਰ ਨੇ, ਉਹਨਾਂ ਦੇ ਵਿੱਚੋਂ ਵੀ ਕੋਈ ਵਡਭਾਗੀ ਹੋਏਗਾ ਜਿਹੜਾ ਇਹਨਾਂ ਦੀ ਸਾਰ ਨੂੰ ਜਾਣਦੇ ਹੋਏ ਇਹਨਾਂ ਦੀ ਦਇਆ ਦ੍ਰਿਸ਼ਟੀ ਨੂੰ ਆਪਣੇ ਤਾਂ ਹੀ ਮਾਣੇਗਾ ਜੀ। ਹੋਏ ਤਰਨ ਜਬ ਬਧੇ ਪ੍ਰਤਾਪਾ, ਜੋ ਬਾਵਨ ਪ੍ਰਲੋਕਨ ਮਾਪਾ। ਤੇ ਸਮੇਂ ਦੇ ਨਾਲ ਜਿਵੇਂ ਜਿਵੇਂ ਇਹ ਵੱਡੇ ਹੋਣਗੇ ਤੇ ਉਵੇਂ ਉਵੇਂ ਇਹਨਾਂ ਦਾ ਜਿਹੜਾ ਵਿਦਤ ਪ੍ਰਤਾਪ ਹੋਵੇਗਾ। ਤੇ ਤੁਸੀਂ ਅਜੇ ਇਸ ਗੱਲ ਦੀ ਬਹੁਤੀ ਚਿੱਤ ਵਿੱਚ ਚਿੰਤਾ ਨਾ ਕਰਨੀ ਗੁਰੂ ਜੀ। ਜੀਰ ਮੀਰ ਮਾਨਹਿਗੇ ਆਨਾ, ਜਿਉ ਗੋਕੁਲ ਮਥੁਰਾ ਭਗਵਾਨਾ। ਤੇ ਇਹਨਾਂ ਦੀ ਬਹੁਤ ਸਾਰੇ ਜੀਵ ਆਪਣੇ ਵੱਲੋਂ
ਆਪਣੇ ਵੱਲੋਂ ਇਹਨਾਂ ਦਾ ਸਤਿਕਾਰ ਕਰਨਗੇ। ਇਹਨਾਂ ਨੂੰ ਹੁਣ ਬੜੇ ਬੜੇ ਜਿਹੜੇ ਪੀਰ ਹੈ ਉਹ ਆਪਣਾ ਪੀਰ, ਤੇ ਬੜੇ ਬੜੇ ਮੀਰ ਕਿਹਾ ਜਾਂਦਾ, ਬੜੇ ਬੜੇ ਜਿਹੜੇ ਰਾਜਨ ਨੇ ਉਹ ਇਹਨਾਂ ਨੂੰ ਆਪਣਾ ਬੜਾ ਚੱਕਰਵਰਤੀ ਸਮਰਾਟ ਪਹਿਚਾਣਦੇ ਹੋਏ ਇਹਨਾਂ ਤਾਈਂ ਨਤਮਸਤਕ ਹੋਣਗੇ ਜੀ। ਦੋਹਰਾ ਸੁਤ ਪਰ ਸ਼ਰਧਾ ਔਰ ਕਰਹੁ ਧਰਮ ਪ੍ਰੀਤ ਕਰ ਹਰ ਪੂਰਾ। ਅੱਗੋਂ ਗਿਆ ਹੁਣ ਤੁਸੀਂ ਆਪਣੇ ਪੁੱਤਰ ਦੇ ਉੱਪਰ ਹੁਣ ਨਿਸ਼ਚਾ ਲਿਆਉਣਾ ਕਰੋ, ਇਹ ਲਕਸ਼ਣਾ ਤਾਈਂ ਸਿੰਦੇ ਨਾ ਕਰੋ ਜੋ ਮੈਂ ਤੁਹਾਨੂੰ ਪਹਿਲਾਂ ਦਰਸਾਏ ਸੀ ਭਾਪਤਰੀ ਦੇ ਵੇਲੇ। ਉਹ ਲਕਸ਼ਣ ਸਾਰੇ ਸ਼ੁਭ ਨੇ, ਪਰ ਤੁਸੀਂ ਆਪਣੇ ਪੁੱਤਰ ਤੇ ਥੋੜਾ ਜਿਹਾ ਵਿਸ਼ਵਾਸ ਤੇ ਸ਼ਰਧਾ ਪ੍ਰੇਮ ਲਿਆਉਣਾ ਕਰੋ ਜੀ। ਪਰਮ ਰੂਪ ਪਰਮਾਤਮਾ ਚਿੰਤਨ ਚਰਾਚਰ ਮੂਰਾ। ਇਹ ਤੇ ਪਰਮ ਪ੍ਰੇਮ ਦੀ ਜਿਹੜੀ ਮਹਾਨ ਮੂਰਤ ਉਸ ਪ੍ਰਭੂ ਪਰਮੇਸ਼ਵਰ ਦੀ ਹੈ, ਉਹਨਾਂ ਦਾ ਹੀ ਸਰੂਪ ਤੁਸੀਂ ਆਪਣੇ ਪੁੱਤਰ ਨੂੰ ਜਾਣਨਾ ਕਰੋ ਜੀ। ਚੌਪਈ ਹਿਤ ਪ੍ਰਦ ਬਿਪਰਾਹੇ ਕੀ ਬਰਬਾਨੀ ਮੁਖ ਬਲ ਅਸ ਕਵਿਤਾ ਜਿਵ ਮਾਨੀ। ਤੇ ਇੱਥੇ ਹੁਣ ਸਾਰੀ ਜਦੋਂ ਗੱਲ ਸੁਣ ਲਈ ਹੈ ਬਾਬੇ ਕਲਿਆਣ ਦਾਸ ਨੇ, ਹੁਣ ਪੰਡਤ ਦੀ ਕਹੀ ਹੋਈ ਗੱਲ ਚਿੱਤ ਨੂੰ ਚੰਗੀ ਨਹੀਂ ਲੱਗੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਹੁਣ ਘੋੜੇ ਦੀ ਹੁਣ ਲਗਾਮ ਖਿੱਚ ਦਿੱਤੀ ਜਾਵੇ ਉਹਦੇ ਮਾਲਕ ਦੁਆਰਾ ਤੇ ਉਹ ਆਪਣਾ ਅਪਮਾਨ ਸਮਝਦਾ, ਇਸੇ ਤਰ੍ਹਾਂ ਹੁਣ ਪੰਡਤ ਨੇ ਭਾਵੇਂ ਆਪਣੇ ਵੱਲੋਂ ਗੱਲ ਬੜੇ ਫਾਇਦੇ ਦੀ ਤੇ ਬੜੇ ਭਲੇ ਦੀ ਬਾਬੇ ਕਲਿਆਣ ਦਾਸ ਨੇ ਜਨਾਈ ਹੈ, ਪਰ ਭਲੇ ਦੀ ਗੱਲ ਇਹਨਾਂ ਨੂੰ ਪ੍ਰਵਾਨ ਨਹੀਂ ਹੋਈ ਜੀ। ਅਰਣਵ ਅਮੇ ਕੀਰਤੀ ਦਇਆਲਾ ਨਿਜ ਕੀ ਉਕਤ ਸੁਮੁਕਤਨ ਮਾਲਾ। ਤੇ ਹੁਣ ਪੰਡਤ ਹਰਦਿਆਲ ਜੀ ਦੇ ਅੰਮ੍ਰਿਤਮਈ ਬੋਲ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਉਪਮਾ ਨੂੰ ਜਨਾ ਰਹੇ ਹੈ, ਸੁੱਚੇ ਮੋਤੀਆਂ ਦੀ ਨਿਆਈ, ਪਰ ਬਾਬੇ ਕਾਲੂ ਜੀ ਤਾਈਂ ਇਸ ਸੁੱਚੇ ਮੋਤੀਆਂ ਦੀ ਤੇ ਇਸ ਅੰਮ੍ਰਿਤਮਈ ਬੋਲਾਂ ਦੀ ਅਜੇ ਸਮਝ ਤੇ ਸੂਝੀ ਨਹੀਂ ਹੈ ਜੀ। ਸਾਖ ਬਨ ਕਜੋਂ ਕੀਮਤ ਤਾਹੀ ਕਹੇ ਜਾਨੀ ਕਾਲੂ ਮਨ ਮਾਹੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਹੁਣ ਆਪਣੇ ਤਾਈਂ ਹੁਣ ਜਿਹੜਾ ਇੱਕ ਬਾਣੀ ਹੈ ਉਹਨੂੰ ਨਹੀਂ ਸਾਰ ਵੀ ਰਤਨ ਜਵਾਹਰਾਤਾਂ ਦੀ ਤਾਈਂ ਵੀ ਰਤਨ ਕੀ ਹੁੰਦੇ ਆ, ਜਵਾਹਰਾਤ ਕੀ ਹੁੰਦੇ ਆ। ਹੁਣ ਉਹੀ ਹਿਸਾਬ ਇੱਥੇ ਬਾਬੇ ਕਲਿਆਣ ਦਾਸ ਨਹੀਂ ਸਾਰ ਆਪਣੇ ਪੁੱਤਰ ਦੀ। ਹੁਣ ਦੁਨਿਆਵੀ ਦ੍ਰਿਸ਼ਟੀ ਤੇ ਦੇਖ ਰਹੇ ਹੈ ਕਿ ਨਾਨਕ ਜੀ ਮੇਰੇ ਪੁੱਤਰ ਨੇ, ਘਰੋਂ ਭਾਂਡੇ ਲੈ ਜਾਂਦੇ ਆ, ਘਰੋਂ ਕੰਗਣ ਪਹਿਨਾ ਕੇ ਭੇਜਿਆ ਜਾਂਦਾ, ਬਾਹਰ ਸੁੱਟੇ ਆਉਂਦੇ ਆ, ਬੜਾ ਨੁਕਸਾਨ ਕਰ ਰਹੇ ਹੈ। ਇਸ ਗੱਲ 'ਤੇ ਬੜੀ ਚਿੱਤ ਵਿੱਚ ਚਿੰਤਾ ਹੋ ਰਹੀ ਹੈ, ਪਰ ਅਜੇ ਆਪਣੇ ਪੁੱਤਰ ਦੇ ਪ੍ਰਤੀ ਬਾਬਾ ਕਲਿਆਣ ਦਾਸ ਤਾਈਂ ਚਿੰਤਨ ਨਹੀਂ ਹੋਣ ਲੱਗਾ ਜੀ। ਨਿਜ ਨਕੇਤ ਕੋ ਪੁਨ ਚਲ ਆਇਓ ਜਗਤ ਕਾਜ ਹਿਰਦਾ ਭੁਰ ਬਿਰਮਾਇਓ। ਤੇ ਆਪਣੇ ਘਰ ਵਾਪਸ ਆਏ ਹੈ, ਪੰਡਤ ਜੀ ਦੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਤੇ ਘਰ ਆ ਕੇ ਆਪਣੇ ਫੇਰ ਉਸੇ ਕਰਮ ਤਾਈਂ ਰੁੱਝੇ ਜੋ ਕਰਮ ਉਹਨਾਂ ਤਾਈਂ ਪਟਵਾਰੀ ਦਾ ਹੈ ਜੀ। ਬਹਰੋ ਵਸਤੂ ਅਹਰ ਪਤ ਭਈਓ ਭਈ ਭਾਬਰ ਗੁਰ ਗ੍ਰਹਿ ਆਇਓ। ਤੇ ਇਧਰ ਹੁਣ ਆਪਣੇ ਤਾਈਂ ਹੁਣ ਉਹ ਕਾਰ ਕਰਦੇ ਸਵੇਰੇ ਘਰੋਂ ਚਲੇ ਜਾਂਦੇ ਹੈ ਤੇ ਸ਼ਾਮ ਨੂੰ ਵਾਪਸ ਆਉਂਦੇ ਆ ਜਦੋਂ ਸੂਰਜ ਡੁੱਬਦਾ ਹੈ ਜੀ। ਫੇਰਤ ਮਾਦ ਰੂਪ ਬਲ ਜਾਵਹੀਂ ਪਾਨ ਆਪਣੇ ਭੋਜ ਖਵਾਵਹੀਂ। ਤੇ ਸੰਧਿਆ ਵੇਲੇ ਬਾਬਾ ਕਲਿਆਣ ਦਾਸ ਆਉਂਦੇ ਹੈ, ਫਿਰ ਦਿਨ ਦੀ ਸਾਰੀ ਗੱਲ ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਨਾਨਕ ਦੇ ਬਾਰੇ ਉਹਨਾਂ ਤਾਈਂ ਸੁਣਾਉਂਦੇ ਹੈ। ਕਿਤੇ ਪ੍ਰਸੰਨ ਹੁੰਦੇ ਆ, ਕਿਤੇ ਨਾਰਾਜ਼ ਹੁੰਦੇ ਹੈ। ਤੇ ਮਾਤਾ ਤ੍ਰਿਪਤਾ ਜੀ ਫਿਰ ਆਪਣੇ ਬਾਲਕ ਦੇ ਫਿਰ ਗੁਣ ਤੇ ਔਗੁਣਾ ਤਾਈਂ ਆਪਣੇ ਪਤੀ ਤਾਈਂ ਜਿੱਥੇ ਜਨਾਉਂਦੇ ਹੈ ਉਥੇ ਆਪਣੇ ਹੱਥੀਂ ਆਪਣੇ ਬਾਲ ਪੁੱਤਰ ਨੂੰ ਪੁੱਛੜ ਬਿਠਾ ਭੋਜਨ ਵੀ ਅਚਵਾਉਂਦੇ ਹੈ ਜੀ। ਦੁਹਰਾ ਪਿਆਈ ਪੁਨ ਮਾਤਲੀ ਸੁਤੀ ਸੁਟ ਪਰ ਅੰਕਾਰ। ਤੇ ਰਾਤਰੀ ਦੇ ਵਿਸ਼ਰਾਮ ਦੇ ਲਈ ਜਿੱਥੇ ਮਾਤਾ ਤ੍ਰਿਪਤਾ ਜੀ ਆਪ ਹੁਣ ਸੋਹਣੇ ਪਲੰਘ ਉੱਪਰ ਆਪਣਾ ਟਿਕਾਣਾ ਕਰਦੇ ਹੈ, ਉਥੇ ਆਪਣੇ ਪੁੱਤਰ ਬਾਲ ਨਾਨਕ ਤਾਈਂ ਵੀ ਹੁਣ ਦੁੱਧ ਪਿਲਾਉਂਦੇ ਹੈ ਤੇ ਫਿਰ ਆਪਣੇ ਕੁਛੜ ਚੁੱਕ ਉਹਨਾਂ ਨੂੰ ਪ੍ਰੇਮ ਦੀ ਲੋਰੀ ਦਿੰਦੇ ਹੋਏ ਸਵਾਉਂਦੇ ਹੈ ਜੀ। ਪਲਕ ਜੁਟੀ ਸੁੰਦਰ ਬਦਨਾ ਸਦਨ ਹਿਲਾਦ ਮਯੰਕਾ। ਤੇ ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਨੂੰ ਜਦੋਂ ਹੁਣ ਸਰੀਰ ਕਰਕੇ ਗੁਰੂ ਨਾਨਕ ਸਾਹਿਬ ਸੌਂ ਜਾਂਦੇ ਹੈ, ਹੁਣ ਕਮਲ ਮੁਖ ਜੋ ਚੰਦਰਮਾ ਦੀ ਨੇ ਦਿਵ ਤੇਜ ਵਾਲਾ ਹੈ ਤੇ ਹੁਣ ਨੇਤਰ ਹੁਣ ਮੂੰਦ ਲਏ ਜਾਂਦੇ ਹੈ ਤੇ ਮਾਤਾ ਜੀ ਫਿਰ ਆਪਣੇ ਕੁਛੜ ਜੋ ਉਹਨਾਂ ਦੇ ਨਾਲ ਜੋ ਸੋਹਣਾ ਪਲੰਘ ਹੈ ਉਹਦੇ ਉੱਪਰ ਸਵਾ ਦਿੰਦੇ ਹੈ ਜੀ। ਚੌਪਈ ਸਵਾਜਮ ਜਬ ਰਹਿਤ ਜਮਾ ਜਨਨੀ ਮਿਲ ਕਰ ਆਏ ਕਰਤ ਜਨਨੀ ਸੁਪਨਾ ਬਿਕ ਅਬਰਮਾ। ਤੇ ਅੱਜ ਇੱਕ ਦਿਨ ਦੀ ਗੱਲ ਹੈ, ਮਾਤਾ ਤ੍ਰਿਪਤਾ ਜੀ ਰੋਜ਼ ਦੀ ਨਿਆਈ
ਆਪਣੇ ਬਾਲ ਪੁੱਤਰ ਤਾਈਂ ਸਵਾਉਂਦੇ ਹੈ, ਭੋਜਨ ਪਾਣੀ ਛਕਾਉਂਦੇ ਹੈ। ਤੇ ਅੱਜ ਹੁਣ ਪਾਤਸ਼ਾਹ ਨੂੰ ਸਵਾਇਆ ਹੋਇਆ ਤੇ ਹੁਣ ਸਵਾ ਜਾਣ ਆਵ ਅੰਮ੍ਰਿਤ ਵੇਲਾ ਹੋਇਆ ਤੇ ਮਾਤਾ ਤ੍ਰਿਪਤਾ ਜੀ ਹੁਣ ਇੱਕ ਬਹੁਤ ਚਿੱਤ ਨੂੰ ਚਕਿਤ ਕਰ ਦੇਣ ਵਾਲਾ ਹੁਣ ਸੁਪਨੇ ਦਾ ਦ੍ਰਿਸ਼ ਦੇਖਦੇ ਹੈ ਜੀ। ਸੁੰਦਰ ਦੂਤ ਬ੍ਰਿੰਦਾਦਰਕ ਬ੍ਰਿੰਦਾ ਮਿਲ ਕਰ ਆਏ ਕਰਦੇ ਨੰਦਾ। ਤੇ ਮਾਤਾ ਤ੍ਰਿਪਤਾ ਜੀ ਹੁਣ ਸੁਪਨੇ ਦੇ ਵਿੱਚ ਕੀ ਦੇਖ ਰਹੇ ਹੈ ਕਿ ਬੜੇ ਹੁਣ ਸਰਲੋਕ ਦੇ ਵਾਸੀ ਦੇਵ ਤੇ ਦੇਵੀਆਂ ਆਈਆਂ ਤੇ ਬਹੁਤ ਜ਼ਿਆਦਾ ਜੋ ਹੁਣ ਨਾਨਾ ਕਿਸਮ ਦੇ ਮੰਗਲ ਗਾ ਰਹੇ ਹੈ ਜੀ। ਮੰਜਲ ਕੁਸਮਾ ਜਲ ਮਲਿਆਗਰ ਕਰ ਕਪੂਰ ਬਰਗੰਧ ਉਜਾਗਰ। ਤੇ ਮਾਤਾ ਤ੍ਰਿਪਤਾ ਜੀ ਕੀ ਦੇਖ ਰਹੇ ਕਿ ਉਹਨਾਂ ਦੇ ਬਾਲ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਆਏ ਹੁਣ ਸੁਰਲੋਕ ਦੇ ਵਾਸੀ ਦੇਵਤੇ ਤੇ ਦੇਵੀਆਂ ਹੁਣ ਫੁੱਲਾਂ ਦੀ ਵਰਖਾ ਕਰ ਰਹੇ ਹੈ, ਬੜਾ ਜ਼ਿਆਦਾ ਚੰਦਨ ਛਿੜਕ ਰਹੇ ਹੈ ਤੇ ਬਹੁਤ ਜਿਹਦੇ ਕਾਰਨ ਕਰਕੇ ਉਹਨਾਂ ਦੇ ਪੁੱਤਰ ਦੇ ਇਰਦ ਗਿਰਦ ਹੁਣ ਬਹੁਤ ਮਨ ਨੂੰ ਮੋਹ ਲੈਣ ਵਾਲੀ ਸੁਗੰਧੀ ਆ ਰਹੀ ਹੈ ਜੀ। ਦੇਖਾ ਇੱਕ ਸਿੰਘਾਸਨ ਸੁੰਦਰਾ ਸੁਚੇ ਮਾਨਕ ਗਚਰ ਚਰੰਦਰਾ। ਤੇ ਆਪਣੇ ਪੁੱਤਰ ਨੂੰ ਹੁਣ ਪਲੰਘ ਉੱਪਰ ਵੀ ਆਮ ਨਹੀਂ ਦੇਖ ਰਹੇ, ਹੁਣ ਪਲੰਘ ਵੀ ਜਿਸ ਉੱਪਰ ਆਪਣੇ ਪੁੱਤਰ ਦਾ ਦੀਦਾਰ ਹੋ ਰਿਹਾ ਹੈ ਉਹ ਪਲੰਘ ਵੀ ਬਹੁਤ ਸੋਹਣਾ ਹੈ ਤੇ ਜਿਹਦੇ ਉੱਪਰ ਵਿਛਾਉਣਾ ਵੀ ਹੁਣ ਸੁੱਚੇ ਮੋਤੀਆਂ ਦੇ ਸਹਿਜ ਵਿਛਿਆ ਹੋਇਆ ਹੈ ਜੀ। ਤਾਂ ਪਰ ਹੇਰਾ ਸੁਲਤਨ ਜਬੈਸਾ ਸੁਭਾ ਕੋਟ ਕਾਮਨ ਤੈਸਾ। ਹੁਣ ਆਪਣੇ ਪੁੱਤਰ ਦੀ ਇਹ ਮਹਾਨ ਸ਼ੋਭਾ ਹੁਣ ਦੇਖ ਰਹੇ ਮਾਤਾ ਤ੍ਰਿਪਤਾ ਜੀ ਹੁਣ ਰਾਤਰੀ ਦੇ ਸੁਪਨ ਦ੍ਰਿਸ਼ ਵਿੱਚ ਹੈ ਜੀ। ਨਿਰਜੁਰ ਜਜਹੇ ਅੰਜਲੀ ਜੋਰੀ ਭੰਤ ਬਿਨਾ ਮਨ ਪ੍ਰੀਤ ਨ ਥੋਰੀ। ਤੇ ਬਹੁਤ ਜ਼ਿਆਦਾ ਦੇਖ ਰਹੀ ਹੈ ਮਾਤਾ ਤ੍ਰਿਪਤਾ ਜੀ ਸੁਪਨੇ ਦੇ ਵਿੱਚ ਦ੍ਰਿਸ਼ ਕਿ ਬੜੇ ਪ੍ਰੇਮ ਦੇ ਸਹਿਤ ਆਏ ਸੁਰਲੋਕ ਦੇ ਵਾਸੀ ਆਪਣੇ ਇਹਨਾਂ ਦੇ ਪੁੱਤਰ ਤਾਈਂ ਬੜਾ ਪ੍ਰੇਮ ਜਤਲਾ ਰਹੇ ਹੈ ਤੇ ਬਾਰੰਬਾਰ ਜੋਹਾਰਾਂ ਤੇ ਬੇਨਤੀਆਂ ਇਹਨਾਂ ਤਾਈਂ ਕਰ ਰਹੇ ਹੈ ਜੀ। ਦੋਹਰਾ ਉਸਤਤ ਕਹੇ ਵਿਦ ਅਨਕ ਬਿਦ ਜੈ ਜੈ ਬਚਨ ਵਿਚਾਰ। ਤੇ ਬਹੁਤ ਜ਼ਿਆਦਾ ਉਸਤਤੀ ਆਪਣੇ ਪੁੱਤਰ ਦੀ ਮਾਤਾ ਤ੍ਰਿਪਤਾ ਜੀ ਸੁਣ ਰਹੇ ਹੈ, ਬੜੀ ਜੈ ਜੈਕਾਰ ਦੀ ਧੁਨੀ ਸਰਲੋਕ ਦੇ ਵਾਸੀ ਕਰ ਰਹੇ ਹੈ ਜੀ। ਪਾਵਨ ਪਰਮ ਪੁਰਾਤਨ ਪੁਰਖ ਨ ਬਾਰਵਾਰ। ਤੇ ਦੇਵਤੇ ਕੀ ਹੁਣ ਮੰਗਲ ਖੁਸ਼ੀ ਦੇ ਗਾ ਰਹੇ ਹੈ ਕਿ ਹੇ ਗੁਰਦੇਵ ਤੁਸੀਂ ਉਸ ਅਕਾਲ ਪੁਰਖ ਦਾ ਸਰੂਪ ਹੋ ਜਿਨ੍ਹਾਂ ਦਾ ਬਹੁਤ ਹੀ ਆਦਿ ਤੇ ਕੋਈ ਅੰਤ ਨਹੀਂ ਹੈ ਜੀ। ਚੌਪਈ ਧਰ ਅਲੰਬ ਕੇ ਜੀਵਨ ਹੈਤੂ ਪ੍ਰਗਟੇ ਸ਼੍ਰੀ ਬੇਦੀ ਬਕੁਲ ਕੇਤੂ। ਹੇ ਗੁਰਦੇਵ ਹੇ ਅਕਾਲ ਪੁਰਖ ਜੀਓ ਆਪ ਜੀ ਨੇ ਹੁਣ ਧਰਤੀ ਨੂੰ ਅਵਲੰਬ ਦਾ ਭਾਵ ਹੁੰਦਾ ਸਹਾਰਾ ਦੇਣ ਵਾਸਤੇ ਆਪਣੇ ਆਪ ਨੂੰ ਸ੍ਰੇਸ਼ਟ ਬੇਦੀ ਕੁਲ ਵਿੱਚ ਹੁਣ ਪ੍ਰਗਟਾਉਣਾ ਕੀਤਾ ਹੈ ਜੀ। ਭਗਤ ਜਗਤ ਮਤ ਬਿਦਤ ਕਰਨ ਕੋ ਕਲ ਮਲ ਦੁਸ਼ਟ ਨਾਮ ਦੰਭ ਦਰਨ ਕੋ। ਤੁਹਾਡਾ ਤੇ ਮਹਾਨ ਜੋ ਹੁਣ ਪ੍ਰਗਟ ਹੋਣਾ ਹੈ ਧਰਤੀ ਨੂੰ ਧੀਰਜ ਦੇਣਾ ਹੈ, ਧਰਤੀ ਦੇ ਉੱਪਰ ਹੋ ਰਹੇ ਅਤਿਆਚਾਰ ਅਤੇ ਜ਼ੁਲਮ ਤੋਂ ਤਾਂ ਹੀ ਠੱਲ ਪਾਉਣਾ ਹੈ। ਇਹ ਤੁਹਾਡਾ ਇੱਥੇ ਆਉਣਾ ਆਪਣੇ ਭਗਤਾਂ ਤਾਈਂ ਪ੍ਰੇਮਾ ਭਗਤੀ ਦਾ ਉਪਦੇਸ਼ ਦ੍ਰਿੜ ਕਰਵਾਉਣਾ ਹੈ ਜੀ। ਚੌਪਈ ਕਾਲ ਮਹੇ ਪਾਵਨ ਪੰਥ ਨਰਨ ਕੋ ਪ੍ਰਦ ਸਤ ਸੰਗਤਾ ਜਗਤ ਤਰਨ ਕੋ। ਤੇ ਮਾਤਾ ਤ੍ਰਿਪਤਾ ਜੀ ਹੁਣੇ ਸਾਰੀ ਗੱਲ ਸੁਪਨੇ ਦੇ ਵਿੱਚ ਹੁਣ ਦ੍ਰਿਸ਼ ਜੋ ਦੇਖਿਆ ਜਾ ਰਿਹਾ ਸੁਣ ਰਹੇ ਹੈ। ਅਗਲੀ ਗੱਲ ਕੀ ਸੁਣ ਰਹੇ ਹੈ ਕਿ ਤੁਸੀਂ ਤੇ ਹੁਣ ਇੱਥੇ ਇਹ ਅਕਾਲ ਪੁਰਖ ਜੀ ਦਾ ਨਿਰਗੁਣ ਸਰੂਪ ਧਰਤੀ ਦੇ ਉੱਪਰ ਸ੍ਰੇਸ਼ਟਕ ਮਤ ਅਤੇ ਸ੍ਰੇਸ਼ਟਕ ਪੰਥ ਦੀ ਵਿਚਾਰ ਨੂੰ ਪ੍ਰਚਲਿਤ ਕਰਨ ਵਾਸਤੇ ਆਪ ਆਏ ਨਾਰਾਇਣ ਸਰੂਪ ਹੋ ਜੀ। ਨਾਮ ਜਪਾਵਨ ਧਿਆਨ ਚਰਨ ਕੋ ਭਗਤਨ ਦੁਖਹਾ ਜਨਮ ਮਰਨ ਕੋ। ਤੁਸੀਂ ਤੇ ਨਾਮ ਜਪਾਉਣ ਵਾਸਤੇ ਆਪਣੇ ਭਗਤਾਂ ਦਾ ਉਧਾਰ ਕਰਨ ਵਾਸਤੇ ਜਨਮ ਮਰਨ ਦੇ ਹੁਣ ਇਸ ਚੱਕਰ ਦੇ ਵਿੱਚੋਂ ਜੀਵਾਂ ਤਾਂ ਹੀ ਕੱਢਣ ਦੇ ਲਈ ਜੀ। ਦੇਨ ਆਸਰਾ ਏਕ ਸ਼ਰਨ ਕੋ ਤੁਮਤ ਕੁਚਾਲ ਕੁ ਕਰਮ ਹਰਨ ਕੋ। ਆਪੋ ਕਰਮ ਭੈੜੇ ਕਰਮਾਂ ਨੂੰ ਹਰਨ ਦੀ ਹੁਣ ਸ਼ੁਭ ਪ੍ਰੇਰਣਾ ਦੇਣੀ ਹੈ ਤੇ ਆਪ ਜੀ ਨੇ ਜੀਵਾਂ ਦਾ ਸ਼ੁਭ ਮਤ ਪ੍ਰਕਾਸ਼ ਚ ਕਰਨੀ ਹੈ ਤੇ ਆਪਣੇ ਚਰਨਾਂ ਦੀ ਇੱਕ ਪਰਮੇਸ਼ਵਰ ਤਾਂ ਹੀ ਸ਼ਰਨ ਜਣਾਉਣੀ ਹੈ ਜੀ। ਹੀਰ ਮੀਰ ਸਿਟ ਦਰਪ ਚਰਨ ਸ਼ਰਨ ਕੋ ਵਾਹਿਗੁਰੂ ਜਪ ਵਾਹਿਗੁਰੂ ਦੇ ਜਾਪ ਰਰਨ ਕੋ। ਤੇ ਆਪ ਜੀ ਨੇ ਤੇ ਬੜਾ ਪਰਉਪਕਾਰ ਮਹਾਨ ਕਰਨਾ ਕਿ ਪੀਰਾਂ ਤਾਈਂ ਤੇ ਕੀ ਮੀਰਾਂ ਤਾਈਂ ਇੱਕ ਜਾਪ ਵਾਹਿਗੁਰੂ ਦਾ ਦੇਣਾ, ਜਿਹਨੂੰ ਜਪ ਕੇ ਜਿਹਨੂੰ ਰੱਟ ਕੇ ਬੇਅੰਤ ਜੀਵਾਂ ਨੇ ਆਪਣੇ ਜੀਵਨ ਤਾਈਂ
ਜੀਵਨ ਦਾ ਸਮਾਂ ਸਫਲ ਕਰ ਲੈਣਾ ਕਰਨਾ ਹੈ ਜੀ। ਦੋਹਰਾ ਇਹ ਵਿਦ ਵਿਬੁਧਮ ਸੁਬਦਨ ਬਦ ਪਦ ਅਰਬੰਦ ਮਨਾਈ। ਇਸ ਪ੍ਰਕਾਰ ਮਾਤਾ ਤ੍ਰਿਪਤਾ ਜੀ ਇਹ ਸਾਰੀ ਵਿਚਾਰ ਨੂੰ ਸੁਪਨ ਦ੍ਰਿਸ਼ ਵਿੱਚ ਦੇਖ ਰਹੇ ਹੈ ਤੇ ਵਾਰੰਵਾਰ ਦੇਵ ਲੋਕ ਦੇ ਆਏ ਵਾਸੀ ਦੇਵਤੇ ਸਤਿਗੁਰੂ ਦੇਵ ਜੀ ਦੇ ਚਰਨਾਂ ਤਾਈਂ ਨਤਮਸਤਕ ਹੋ ਰਹੇ ਹੈ ਜੀ। ਗਏ ਆਪਣੇ ਲੋਕ ਕੋ ਜਹ ਜਹ ਤੇ ਜੋ ਆਏ। ਹੁਣ ਮਾਤਾ ਜੀ ਕੀ ਦੇਖ ਰਹੇ ਹੈ? ਜਿਹੜੇ ਦੇਵਤੇ ਆਏ ਸੀ ਸੁਪਨੇ ਵਿੱਚ ਜੋ ਦਿਖਾਈ ਦੇ ਰਹੇ ਸੀ, ਹੁਣ ਨਤਮਸਤਕ ਹੁੰਦੇ ਹੋਏ ਮਹਾਨ ਆਪਣੇ ਪੁੱਤਰ ਦੀ ਉਸਤਤੀ ਸੁਣਦੇ ਹੋਏ ਮਾਤਾ ਤ੍ਰਿਪਤਾ ਜੀ ਬੜੇ ਮਗਨ ਹੁੰਦੇ ਆ, ਬੜੇ ਲੀਨ ਹੁੰਦੇ ਹੈ। ਇਹ ਆਏ ਸੁਰ ਲੋਕ ਦੇ ਵਾਸੀ ਵਾਪਸ ਇੱਥੋਂ ਕੂਚ ਕਰ ਜਾਂਦੇ ਹੈ ਜੀ। ਚੋ ਭਈ ਅਚਰਜ ਭਈ ਹੇਰ ਕਰ ਮਾਤਾ ਜਾਨੀ ਪਰੈ ਨਗਤ ਨਜਪਤਾਤਾ। ਤੇ ਮਾਤਾ ਤ੍ਰਿਪਤਾ ਜੀ ਸੁਪਨੇ ਵਿੱਚ ਇਸ ਦ੍ਰਿਸ਼ ਨੂੰ ਦੇਖ ਕੇ ਬੜੇ ਚਕਿਤ ਹੋ ਰਹੇ ਹੈ। ਹੁਣ ਸਮਝ ਨਹੀਂ ਆ ਰਹੀ ਕਿ ਇਹ ਮਹਾਨ ਜੋ ਸਥਿਤੀ ਹੋ ਰਹੀ ਸੀ ਸੁਰਲੋਕ ਦੇ ਵਾਸੀਆਂ ਦੁਆਰਾ, ਇਹ ਮੇਰੇ ਪੁੱਤਰ ਦੀ ਹੋ ਰਹੀ ਸੀ ਕਿ ਕੋਈ ਮੇਰੇ ਪੁੱਤਰ ਜੈਸਾ ਹੋਰ ਸਰੂਪ ਹੈ ਵੀ ਜਿਨ੍ਹਾਂ ਤਾਈਂ ਆ ਕੇ ਸੁਰਲੋਕ ਦੇ ਵਾਸੀ ਮਹਾਨ ਆਪਣੇ ਬੰਦਗੋਂ ਹੁਣ ਉਸਤਤੀ ਗਾ ਰਹੇ ਸੀ ਜੀ। ਭੈਰ ਦੇ ਮਹੇਸ਼ ਭਰਮ ਜਾਗੀ ਸਤ ਅਵੈਬ ਸਭ ਦੇਖਣ ਲਾਗੀ। ਤੇ ਮਾਤਾ ਜੀ ਨੂੰ ਬੜਾ ਇਸ ਗੱਲ ਤੇ ਭਰਮ ਹੋਇਆ, ਸੰਦੇਹ ਹੋਇਆ, ਸ਼ੰਕਾ ਹੋਇਆ ਤੇ ਮਾਤਾ ਜੀ ਨੇ ਨੇਤਰ ਖੋਲ੍ਹੇ ਹੈ ਤੇ ਆਪਣੇ ਪਲੰਗ ਤੇ ਹੁਣ ਆਪਣੇ ਨਾਲ ਪਏ ਪੁੱਤਰ ਦੇ ਸੋਹਣੇ ਸਰੂਪ ਤਾਈਂ ਨਿਹਾਰਨ ਲੱਗੀ ਹੈ ਜੀ। ਚੰਦਨ ਸੋ ਚਰਜਿਤ ਹੈ ਸਾਰੀ ਬਹੁ ਸੁਗੰਧ ਸੋ ਜਜੇ ਨਿਹਾਰੇ। ਤੇ ਮਾਤਾ ਜੀ ਹੁਣ ਜਦੋਂ ਸਰੀਰ ਕਰਕੇ ਖੜੇ ਹੋਏ, ਹੁਣ ਦਿਖਾਈ ਇਹ ਸਾਰਾ ਦ੍ਰਿਸ਼ ਸੁਪਨੇ ਵਿੱਚ ਦਿੱਤਾ। ਹੁਣ ਜਦੋਂ ਖੜੇ ਹੋ ਕੇ ਆਪਣੇ ਪੁੱਤਰ ਦੇ ਇਰਦ ਗਿਰਦ ਹੁਣ ਦੇਖਣ ਲੱਗੇ ਹੈ ਤੇ ਮਾਤਾ ਜੀ ਹੁਣ ਜਿਹੜੀ ਸੁਗੰਧੀ ਸੁਪਨੇ ਵਿੱਚ ਪ੍ਰਤੀਤ ਕਰ ਰਹੇ ਸੀ ਉਹ ਸੁਗੰਧੀ ਹੁਣ ਪ੍ਰਤਾਖੇ ਤੇ ਮਾਤਾ ਜੀ ਤਾਈਂ ਹੁਣ ਆ ਰਹੀ ਹੈ ਜੀ। ਭਰਮ ਮਨ ਨਹਿ ਫਿਰਤਾ ਹੋਈ ਕਿਦੋਂ ਸਾਜ ਕੈ ਸੁਪਨਾ ਸੋਈ। ਹੁਣ ਮਾਤਾ ਜੀ ਤਾਈਂ ਇਹ ਵਿਸ਼ਵਾਸ ਨਹੀਂ ਹੋ ਰਿਹਾ ਵੀ ਮੈਂ ਜਿਹੜੀ ਸੁਗੰਧੀ ਸੁਪਨੇ ਵਿੱਚ ਦੇਖੀ ਸੀ ਵੀ ਉਹੀ ਹੈ ਕਿ ਕੋਈ ਹੋਰ ਸੁਗੰਧੀ ਹੈ। ਹੁਣ ਭਾਵੇਂ ਸੁਗੰਧੀ ਉਹੀ ਹੈ ਪਰ ਮਾਤਾ ਜੀ ਤਾਈਂ ਹੁਣ ਇਤਨੀ ਵਿਵੇਕ ਬੁੱਧ ਨਹੀਂ ਹੈ ਕਿਉਂਕਿ ਅਜੇ ਸਤਿਗੁਰ ਦੇਵ ਜੀ ਨੇ ਉਹ ਪਰਦਾ ਆਪਣੀ ਹੁਣ ਬਖਸ਼ਿਸ਼ ਵਾਲਾ ਅਜੇ ਹੁਣ ਖੋਲ੍ਹਿਆ ਨਹੀਂ, ਜਿਹਦੇ ਕਾਰਨ ਕਰਕੇ ਮਾਤਾ ਤ੍ਰਿਪਤਾ ਜੀ ਸੰਦੇਹ ਵਿੱਚ ਨੇ ਵੀ ਮੈਂ ਜਿਹੜੀ ਸੁਗੰਧੀ ਸੁਪਨੇ ਵਿੱਚ ਪ੍ਰਤੀਤ ਕਰ ਰਹੀ ਸੀ ਸੁਗੰਧੀ ਤੇ ਉਹੀ ਹੈ। ਫਿਰ ਸਮਝਦੇ ਕਿ ਨਹੀਂ ਵੀ ਇਹ ਮੇਰੇ ਤਾਈਂ ਹੁਣ ਭੁਲੇਖੇ ਹੀ ਪੈ ਰਹੇ ਹੈ ਕਿਉਂਕਿ ਮੈਂ ਹੁਣ ਤੇ ਕੁਝ ਪਲ ਪਹਿਲਾਂ ਸੁਪਨਾ ਦੇਖ ਰਹੀ ਸੀ ਤੇ ਉਹ ਸੁਪਨੇ ਵਾਲਾ ਭਰਮ ਹੀ ਮੇਰੇ ਤਾਈਂ ਹੁਣ ਪ੍ਰਤਾਪ ਇੱਥੇ ਵਰਤ ਰਿਹਾ ਸਮਝਣ ਲੱਗੀ ਹੈ ਜੀ। ਜਦੇ ਵਿਚਾਰਤ ਆਰਤ ਮਾਤਾ ਨਿਰਣਾ ਹੋਈ ਨਾ ਇੱਕ ਬਾਤਾ। ਪਰ ਮਾਤਾ ਜੀ ਹੁਣ ਇੱਕ ਨਿਰਣੇ ਤੇ ਨਹੀਂ ਪੁੱਜੀ, ਬਸ ਇਹੀ ਭਰਮ ਪਾਲਿਆ ਕਿ ਨਹੀਂ ਵੀ ਮੇਰੇ ਤਾਈਂ ਜਿਹੜੀ ਸੁਗੰਧੀ ਪ੍ਰਤੀਤ ਹੋ ਰਹੀ ਅਸਲੀ ਨਹੀਂ ਹੈ, ਇਹ ਤੇ ਸੁਪਨੇ ਵਾਲੀ ਹੈ ਕਿਉਂਕਿ ਸੁਪਨਾ ਮੈਨੂੰ ਅੱਜ ਜਿਹੜਾ ਆਇਆ ਇਹ ਜਾਂ ਮੈਂ ਕਿਤੇ ਦੇਖਿਆ ਨਹੀਂ ਤਾਂ ਤੇ ਇਹ ਸੁਪਨੇ ਦਾ ਹੀ ਚਕਤ ਹੈ ਜਿਹੜਾ ਮੇਰੇ ਤਾਈਂ ਹੁਣ ਵੀ ਚਕਤ ਕਰ ਰਿਹਾ ਹੈ ਜੀ। ਸੁਧ ਕੀ ਮਹਿਮਾ ਮਨ ਮਹਿਮਾਨੀ ਇਹ ਬਿਦਾ ਅਵਤਾਰ ਸਤ ਜਤ ਜਾਨੀ। ਤੇ ਫਿਰ ਅਖੀਰ ਸਮਝਣ ਲੱਗੇ ਕਿ ਨਹੀਂ ਇਹ ਤਾਂ ਸੁਗੰਧੀ ਅਸਲੀ ਹੈ ਵੀ ਹੁਣ ਸੁਗੰਧੀ ਹੁਣ ਅਸਲੀ ਹੈ ਜਿਹੜੀ ਮੇਰੇ ਤਾਈਂ ਵਾਰ-ਵਾਰ ਹੁਣ ਮੇਰੇ ਤਾਈਂ ਪ੍ਰਤੀਤ ਹੋ ਰਹੀ ਹੈ। ਮੇਰੇ ਪੁੱਤਰ ਤੇ ਕੋਈ ਹੁਣ ਪਰਮੇਸ਼ਵਰ ਦਾ ਹੀ ਸਰੂਪ ਨੇ ਜਿਹਦੇ ਕਾਰਨ ਕਰਕੇ ਪਰਮੇਸ਼ਵਰ ਦੇ ਜਿਹੜੇ ਹੈਣ ਕੁਝ ਸਤਿਆ ਰੱਖਣ ਵਾਲੇ ਸੁਰਲੋਕ ਦੇ ਵਾਸੀ ਦੇਵਤੇ ਉਸ ਦੀ ਇਤਨੀ ਨਿਸੰਗ ਹੋ ਗਾ ਰਹੇ ਸੀ ਜੀ। ਦੋਹਰਾ ਜਿਸਕੇ ਪਦ ਅਰਬਿੰਦ ਕੋ ਦੇਵ ਰੂਪ ਬਹੁ ਆਈ। ਫਿਰ ਦੇਖਣ ਲੱਗੀ ਮਾਤਾ ਜੀ ਆਪਣੇ ਪੁੱਤਰ ਦੇ ਹੁਣ ਤੇਜਸਵੀ ਚੰਦਰਮਾ ਵੱਤ ਸੋਹਣੇ ਚਿਹਰੇ ਤਾਈਂ, ਫਿਰ ਆਪਣੇ ਪੁੱਤਰ ਦੇ ਹੁਣ ਪੈਰ ਤਾਈਂ ਉਹ ਉਸ ਪਦਮ ਦੇ ਨਿਸ਼ਾਨ ਤਾਈਂ। ਤੇ ਹੁਣ ਮਾਤਾ ਜੀ ਦੇਖ ਰਹੇ ਹੈ ਤੇ ਸਮਝ ਰਹੇ ਹੈ ਕਿ ਨਹੀਂ ਇਹ ਤਾਂ ਮੇਰੇ ਪੁੱਤਰ ਦੀ ਹੀ ਉਸਤੀ ਦੇਵਲੋਕ ਦੇ ਆਏ ਦੇ ਵਾਸੀ ਕਰ ਰਹੇ ਸੀ ਜੀ। ਕਰੀ ਆਪ ਚਿਤ ਪ੍ਰੀਤ ਸੋਂ ਬਾਰ ਬਾਰ ਸਿਰ ਨਾਈ। ਤੇ ਬਹੁਤ ਜ਼ਿਆਦਾ ਪ੍ਰੀਤ ਤੇ ਪ੍ਰੇਮ ਮਾਤਾ ਜੀ ਨੂੰ ਆਪਣੇ ਪੁੱਤਰ ਦੇ ਪ੍ਰਤੀ ਉਪਜੀ ਹੈ ਤੇ ਬਾਰੰਬਾਰ ਸੀਸ ਨਵਾ ਰਹੇ ਤੇ ਬੜਾ ਦੁਲਾਰ ਹੁਣ ਸਰੀਰ ਕਰਕੇ ਸੁੱਤੇ ਪਏ ਆਪਣੇ ਪੁੱਤਰ ਤਾਈਂ ਕਰ ਰਹੇ ਹੈ ਜੀ। ਭਈ ਹਾਂ ਹੀਰੇ ਸੁਪਨੇ ਕੀ ਨਿਆਈ ਅਬਲੋ ਚਰਚ ਬਿਦਤ ਦਸਾਈ। ਹੁਣ ਸਮਝ ਰਿਹਾ ਕਿ ਨਹੀਂ ਇਹ ਤਾਂ ਹੁਣ ਜਿਹੜਾ ਮੈਂ ਦੇਖਿਆ ਹੁਣ ਸਾਰਾ ਦ੍ਰਿਸ਼ ਸੀ ਉਹ ਸੱਚਾ ਸੀ ਵੀ ਝੂਠਾ ਨਹੀਂ ਸੀ ਕਿਉਂਕਿ ਆ ਤੇ ਹੁਣ ਜਿਹੜੀ ਅਜੇ ਸੁਗੰਧੀ ਆ ਰਹੀ ਕੇਸਰ ਦੀ ਹੈ, ਅਜੇ ਆ ਚੰਦਨ ਦੀ ਸੁਗੰਧੀ ਆ ਰਹੀ ਹੈ, ਬੜਾ ਕਪੂਰ ਜੋ ਛੜਕਿਆ ਸੀ ਸੁਪਨੇ ਵਿੱਚ ਮੇਰੇ ਤਾਈਂ ਪ੍ਰਤੀਤ ਹੋ ਰਿਹਾ ਉਹ ਤੇ ਅਸਲੀ ਸੀ
ਤਾਂ ਹੀ ਤੇ ਇਤਨੀ ਜ਼ਿਆਦੇ ਮਹਿਕ ਮੇਰੇ ਪੁੱਤਰ ਦੇ ਇਰਦ ਗਿਰਦ ਆ ਰਹੀ ਚਾਦਰ ਤਾਂ ਹੀ ਹੈ ਜੀ। ਚਿਤ ਵਿਚਾਰ ਕਰਤਿਓ ਪਰਵਾਤੂ ਛੱਡਿਓ ਸੁਮਾਰ ਕੰਡ ਬਖਿਆ ਤੋ। ਇਧਰ ਹੁਣ ਸਮਾਂ ਆਪਦੀ ਚਾਲ ਚੱਲਦਾ ਗਿਆ, ਦਿਨ ਚੜ੍ਹਿਆ ਹੈ ਤੇ ਹੁਣ ਸੂਰਜ ਉਦੇ ਹੋਇਆ, ਆਪਣੀਆਂ ਤੇਜ ਕਿਰਨਾਂ ਪ੍ਰਤਾਪ ਦੀਆਂ ਬਾਹਰੀ ਪ੍ਰਕਾਸ਼ ਦੀਆਂ ਲਏ ਜੀ। ਜਾਨੀ ਨਾਨਕ ਜੀ ਮਨ ਮਾਤਾ ਤਾਨ ਦਈ ਤਬ ਮੋਹ ਕਨਾਤਾ। ਇਧਰ ਸਤਿਗੁਰੂ ਦੇਵ ਜੀ ਨੇ ਖੇਡ ਵਰਤਾਈ। ਹੁਣ ਮਾਤਾ ਜੀ ਜਾਣ ਗਏ ਆ ਭੇਦ ਨੂੰ, ਪਰ ਗੁਰੂ ਨਾਨਕ ਸਾਹਿਬ ਅਜੇ ਇਸ ਭੇਦ ਨੂੰ ਜਨਾਉਣਾ ਆਪਣੀ ਮਾਤਾ ਤਾਂ ਠੀਕ ਨਹੀਂ ਸਮਝਦੇ ਤੇ ਗੁਰਦੇਵ ਜੀ ਨੇ ਉਸੇ ਸਮੇਂ ਆਪਣੀ ਮਾਤਾ ਤਾਂ ਖੇਡ ਵਰਤਾਉਂਦੇ ਹੋਏ ਮੋਹ ਦੀ ਫੇਰ ਚਾਦਰ ਤਾਣ ਦੇਣਾ ਕੀਤੀ ਹੈ। ਜਿਹੜੀ ਰਤਾ ਹੁਣ ਭੁਲੇਖੇ ਦਾ ਭੁਲੇਖਾ ਜਿਸ ਚਾਦਰ ਕਰਕੇ ਸਮਝ ਰਹੇ ਸੀ, ਭੁਲੇਖਾ ਦੂਰ ਹੋਇਆ ਸੀ, ਉਹ ਭੁਲੇਖਾ ਮਾਇਆ ਮੋਹ ਵਾਲਾ ਫਿਰ ਗੁਰੂ ਨਾਨਕ ਸਾਹਿਬ ਨੇ ਆਪਣੀ ਜਨਨੀ ਤੇ ਤਾਂ ਹੀ ਪਾ ਦਿੱਤਾ ਹੈ ਜੀ। ਜਾਗੇ ਪੁਨ ਕਰ ਕੈ ਮੁਖ ਰੂਖਾ ਕਹਿ ਮਾਤ ਦੇ ਭੋਜਨ ਭੂਖਾ। ਗੁਰਦੇਵ ਉੱਠੇ ਆ, ਜਾਗਰਤ ਅਵਸਥਾ ਵਿੱਚ ਹੋਏ ਹੈ ਤੇ ਹੁਣ ਉੱਠਦੇ ਹੀ ਕਹਿਣ ਲੱਗੇ ਰੁੱਖੀ ਬੋਲੀ ਵਿੱਚ ਕਿ ਜਨਨੀ ਭੁੱਖ ਬਹੁਤ ਲੱਗੀ ਹੈ, ਬਹੁਤ ਜ਼ਿਆਦਾ ਭੁੱਖ ਲੱਗੀ ਹੈ, ਛੇਤੀ ਦੇ ਨਾਲ ਕੁਝ ਨਾ ਕੁਝ ਖਾਣ ਲਈ ਮੇਰੇ ਤਾਂ ਹੀ ਦੇਵੋ ਜੀ। ਨਿਕਸੀ ਨਿਸਕੀ ਭੂਲੀ ਸ਼ਕਲ ਵਿਚਾਰਾ ਲਖੀਰ ਦੇ ਸੁਤ ਮੈਂ ਦੁਖ ਆਇਆਰਾ। ਤੇ ਹੁਣ ਮਾਤਾ ਜੀ ਜਿਹੜੀ ਹੁਣ ਪਿਛਲੇ ਪਹਿਰ ਤੋਂ ਚਿੱਤ ਵਿੱਚ ਗੱਲ ਵਾਚ ਰਹੇ ਸੀ, ਹੁਣ ਜਿਹਨੂੰ ਵਾਚਣ ਵਿੱਚ ਵੀ ਕਾਫੀ ਹੱਦ ਤੱਕ ਸਫਲ ਹੋ ਗਏ ਸੀ ਤੇ ਜਦੋਂ ਵੀ ਸਤਿਗੁਰੂ ਦੇਵ ਜੀ ਨੇ ਆਪਣੀ ਮਾਤਾ ਤ੍ਰਿਪਤਾ ਦੇ ਕਿ ਭੁੱਖ ਬੜੀ ਲੱਗੀ ਹੈ ਤੇ ਮਾਤਾ ਤਾਂ ਹੀ ਫੇਰ ਬਾਹਰੀ ਤੌਰ ਤੇ ਪੁੱਤਰ ਮੋਹ ਜਾਗਿਆ ਤੇ ਪੁੱਤਰ ਮੋਹ ਦੀ ਕੋਈ ਛਾਲ ਆਈ ਹੈ, ਜਿਹਦੇ ਕਾਰਨ ਕਿ ਪਹਿਲੇ ਪਹਿਰ ਤੋਂ ਚੱਲ ਰਹੀ ਆਪਣੇ ਪੁੱਤਰ ਦੇ ਪਰਥਾਏ ਜੋ ਚਿੱਤ ਵਿੱਚ ਮਹਾਨ ਵਿਚਾਰ ਸੀ ਉਹ ਭੁੱਲ ਜਾਂਦੇ ਹੈ ਤੇ ਆਪਣੇ ਪੁੱਤਰ ਤਾਂ ਹੀ ਉਸੇ ਵੇਲੇ ਹੁਣ ਭੋਜਨ ਪਾਣੀ ਲਿਆਉਣ ਵਿੱਚ ਲੱਗ ਜਾਂਦੇ ਹੈ ਜੀ। ਦਦ ਸੋ ਅਸਨ ਦੀਨਾ ਹਿਤ ਖਾਨੇ ਜਿਉ ਆਗੈ ਜਾਣੈ ਤਿਉ ਜਾਣੇ। ਤੇ ਮਾਤਾ ਜੀ ਛੇਤੀ ਦੇ ਨਾਲ ਜਿਵੇਂ ਰੋਜ਼ ਹੀ ਉੱਠਣ ਸਾਰ ਬਾਲ ਗੁਰੂ ਨਾਨਕ ਸਾਹਿਬ ਭੋਜਨ ਮੰਗਦੇ ਆ, ਹੁਣ ਉਸੇ ਤਰ੍ਹਾਂ ਅੱਜ ਭੋਜਨ ਮੰਗਿਆ। ਹੁਣ ਖੇਡਦਾ ਭਾਵੇਂ ਮਾਤਾ ਜੀ ਨੂੰ ਹੁਣ ਗਿਆਨ ਹੋ ਚੁੱਕਿਆ ਸੀ, ਪਰ ਫਿਰ ਗੁਰਦੇਵ ਜੀ ਨੇ ਪਰਦਾ ਮੋਹ ਵਾਲਾ ਪਾਇਆ ਤੇ ਮਾਤਾ ਜੀ ਫਿਰ ਉਸ ਗੱਲ ਤਾਂ ਹੀ ਭੁੱਲ ਗਏ ਹੈ ਤੇ ਮਾਤਾ ਜੀ ਛੇਤੀ ਦੇ ਨਾਲ ਬਣਾ ਖੀਰ ਤੇ ਕੁਝ ਕੁ ਦਲੀਆ ਦੁੱਧ ਸਮੇਤ ਆਪਣੇ ਬਾਲਕ ਤਾਂ ਹੀ ਅਚਵਾਉਣ ਲੱਗੇ ਹੈ ਜੀ। ਲੋਹਰਾ ਅਸਨ ਸਦਨ ਤੇ ਅਚ ਬਕਾਇ ਮਿਲੇ ਬਾਲ ਜਹ ਜਾਲਾ। ਤੇ ਛੇਤੀ ਦੇ ਨਾਲ ਮਾਤਾ ਜੀ ਦੇ ਪਾਸੋਂ ਹੁਣ ਪੇਟ ਪੂਰਤੀ ਵਾਸਤੇ ਕੁਝ ਛਕਦੇ ਆ ਤੇ ਇਤਨੇ ਨੂੰ ਹੁਣ ਦਿਨ ਹੋਰ ਚੜ੍ਹ ਆਉਂਦਾ ਤੇ ਬਾਲਕ ਗਲੀ ਦੇ ਹੁਣ ਖੇਡਣ ਦਰਵਾਜ਼ੇ ਤੇ ਲੱਗਦੇ ਆ। ਇਹ ਗੁਰੂ ਨਾਨਕ ਸਾਹਿਬ ਰੋਜ਼ ਆਪਣੇ ਸਾਥੀਆਂ ਦੇ ਢਾਣੀ ਨਾਲ ਜੋ ਖੇਡਣ ਜਾਂਦੇ ਅੱਜ ਵੀ ਚਲੇ ਗਏ ਹੈ ਜੀ। ਮਨ ਨੂੰ ਬਰਕਟ ਕਿੰਕਣੀ ਹੋਵਤ ਸ਼ਬਦ ਵਿਸਾਲਾ। ਇਹ ਲੱਕ ਦੁਆਲੇ ਬੰਨੀ ਹੋਈ ਜਿਹੜੀ ਤੜਾਕੀ ਹੈ ਬਹੁਤ ਹੁਣ ਮਦਰ ਧੁਨੀ ਹੁਣ ਉਹਦੀ ਆ ਰਹੀ ਹੈ ਜਦੋਂ ਦੌੜ ਕੇ ਬਾਹਰ ਨੂੰ ਜਾ ਰਹੇ ਹੈ ਜੀ। ਸੋ ਪਈ ਵਿਚ ਰਹੇ ਖੇਲਣ ਮਹਿ ਅਨੁਰਾਗੀ ਭਾਗੀ ਭਾਗਹਿ ਬਾਲ ਸੁਭਾਗੀ। ਤੇ ਬਹੁਤ ਜ਼ਿਆਦੇ ਬਾਲਕਾਂ ਦੇ ਨਾਲ ਹੁਣ ਭੱਜਣ ਭਜਾਉਣ ਦੀ ਖੇਡ ਖੇਡਣ ਲੱਗੇ ਹੈ ਜੀ। ਫਿਰ ਹੋਵਤ ਹਿਤ ਹੋਵਤ ਸਾਰੀ ਬੈਸ ਬੈਸ ਜਾਏ ਇੱਕ ਬਾਰੀ। ਤੇ ਫਿਰ ਜਦੋਂ ਖੇਡਦੇ ਖੇਡਦੇ ਬਾਲਕ ਤਾਂ ਹੀ ਭੱਜਦੇ ਐ ਤੇ ਆਪ ਉਹਨਾਂ ਤਾਂ ਹੀ ਫਿਰ ਭੱਜਦੇ ਭੱਜਦੇ ਹੁਣ ਥਕਾ ਦਿੰਦੇ ਐ, ਫਿਰ ਬੈਠ ਜਾਂਦੇ ਐ ਤੇ ਉਹ ਸ਼ੁਭ ਸੁਭਾਗੀ ਮੱਤ ਵਾਲੇ ਸਾਰੇ ਬਾਲਕ ਵੀ ਇਹਨਾਂ ਦੀ ਸ਼ਰਨ ਬੈਠ ਆਪਣੇ ਵਾਂਗ ਜਾਂਦੇ ਹੈ ਜੀ। ਨਾਨਕ ਆਨਨ ਭਨਹਿ ਕਹਾਣੀ ਭਗਤ ਬਿਰਾਗ ਬਿਥੈ ਜੋ ਸਾਨੀ। ਤੇ ਫਿਰ ਆਪਣੇ ਸਾਥੀਆਂ ਤਾਈਂ ਚੌਂਕੜਾ ਲਾ ਬੈਠਦੇ ਐ ਤੇ ਬਹੁਤ ਸੋਹਣੀਆਂ ਫਿਰ ਉਹਨਾਂ ਤਾਈਂ ਵਿਚਾਰਾਂ ਹੁਣ ਕਥਾ ਕਹਾਣੀਆਂ ਸੁਣਾਉਂਦੇ ਹੈ ਜੀ। ਸ਼੍ਰਵਣ ਨ ਮਨਨ ਕਰਹਿ ਨਿਧਿਆਸਾ ਸੁਨ ਸੁਨਨੇ ਕੀ ਬਧਹਿ ਪਿਆਸਾ। ਫਿਰ ਉਹਨਾਂ ਤਾਈਂ ਸੁਣਾਉਂਦੇ ਐ ਤੇ ਸੁਣਨ ਵਾਲੇ ਸੁਣਦੇ ਐ, ਸੁਣਾਉਣ ਵਾਲੇ ਹੁਣ ਬਾਲ ਗੁਰੂ ਨਾਨਕ ਸੁਣਾਉਂਦੇ ਐ ਤੇ ਸੁਣਨ ਮੰਨਣ ਤੇ ਨਿਧਿਆਸਣ ਵੀ ਕਿਵੇਂ ਸੁਣੀ ਮੰਨੀ ਵਿਚਾਰ ਤਾਈਂ ਆਪਣੇ ਤਾਈਂ ਅਖਤਿਆਰ ਕੀਤਾ ਜਾਂਦਾ, ਇਹਨੂੰ ਕਹਿੰਦੇ ਨਿਧਿਆਸਣ। ਹੁਣ ਵੀ ਸੁਣੀ ਤੇ ਵਿਚਾਰ ਨੂੰ ਕਿਵੇਂ ਜੀਵਨ ਵਿੱਚ ਮੰਨੀਦਾ ਲਾਗੂ ਕਰੀਦਾ, ਹੁਣ ਇਹ ਸਾਰੀਆਂ ਗੱਲਾਂ ਆਪਣੇ ਹਾਣੀਆਂ ਤਾਈਂ ਸਮਝਾਉਂਦੇ ਬਾਲ ਗੁਰੂ ਨਾਨਕ ਹੈ, ਇਹ ਸਾਥੀ ਸਮਝ ਰਹੇ ਹੈ ਜੀ। ਮੇਰਾ ਸੁਗੰਧ ਬਦਨ ਅਰਵਿੰਦਾ ਜੁਗਤ ਜੁਗਤ ਸੁੰਦਰ ਮਕਰੰਦਾ। ਤੇ ਬਹੁਤ ਮਧੁਰ ਮਿੱਠੇ ਬਚਨ ਹਨ ਤੇ ਇਹ ਇਹਨਾਂ ਦੇ ਸਾਥੀ ਬੈਠ ਸੁਣਦੇ ਐ ਤੇ ਜਿਹੜੇ ਹੁਣ ਮਿੱਠੇ ਬਚਨ ਚੰਦਰਮਾ ਜੈਸੇ ਮੁਖ ਤੋਂ ਉਚਾਰੇ ਜਾ ਰਹੇ ਐ ਤੇ ਇਹ ਇਹਨਾਂ ਦੇ ਨਾਲ ਦੇ ਜਿਹੜੇ ਸਾਥੀ ਐ ਉਹ ਭੌਰੇ ਦੀ ਨਿਆਈ ਮਾਨੋ ਹੁਣ ਇਸ
ਖਿੜੇ ਹੋਏ ਚੰਦਰਮਾ ਵਦ ਕਵਣ ਮੁਖ ਤੇ ਬੈਠ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਮਿੱਠੇ ਅੰਮ੍ਰਿਤ ਬੋਲਾਂ ਦਾ ਰਸ ਚੱਖਦੇ ਮਾਣਦੇ ਹੈ ਜੀ। ਬਾਲ ਬ੍ਰੰਦ ਸਨ ਭਏ ਮਿਲੰਦਾ ਸ਼ਰਵਣ ਪਕ ਰਹੇ ਅਗਾਤ ਆਨੰਦਾ। ਤੇ ਬਹੁਤ ਚਿੱਤ ਨੂੰ ਆਨੰਦ ਤੇ ਦੇਣ ਵਾਲੀਆਂ ਮਿੱਠੀਆਂ ਤੇ ਤੋਤਲੀਆਂ ਹੁਣ ਕਥਾ ਕਹਾਣੀਆਂ ਆਵਾਜ਼ ਸਹਿਤ ਇਹ ਬਾਲਕ ਸੁਣਦੇ ਹੈ ਜੀ। ਦੋਹਰਾ ਨਾਵਤ ਜਾਵਤ ਮਨੁਜ ਕੋ ਸੁਨਤ ਠਾਂਡ ਹੋਈ ਜਾਈ। ਤੇ ਹੁਣ ਜਦੋਂ ਗਲੀ ਵਿੱਚ ਬੈਠ ਕੇ ਹੁਣ ਆਪਣੇ ਸਾਥੀਆਂ ਤਾਈਂ ਹੁਣ ਪ੍ਰੇਮਮਈ ਵਿਚਾਰਾਂ ਬਾਤਾਂ ਹੁਣ ਗੁਰੂ ਨਾਨਕ ਸਾਹਿਬ ਵਿਚਾਰਦੇ ਹੈ। ਤੇ ਹੁਣ ਗਲੀ ਦੇ ਵਿੱਚ ਦੀ ਲੰਘਣ ਵਾਲੇ ਹੁਣ ਸਹਿਜ ਜੀ ਇਹਨਾਂ ਦੀ ਤੋਤਲੀ ਤੇ ਮਿੱਠੀ ਆਵਾਜ਼ ਤਾਈਂ ਹੁਣ ਖਿੱਚੇ ਜਾਂਦੇ ਹੈ। ਤੇ ਰੁਕ ਇਹਨਾਂ ਦੀ ਮਿੱਠੀ ਤੇ ਤੋਤਲੀ ਆਵਾਜ਼ ਨੂੰ ਸੁਣਦੇ ਹੈ ਜੀ। ਪੰਡਤ ਸੇ ਮਧੁਰੇ ਲਗਹਿ ਕੀਰਤ ਬਦਨ ਲਾਈ। ਤੇ ਬਹੁਤ ਫਿਰ ਸੁਣਨ ਵਾਲਿਆਂ ਤਾਈਂ ਬਚਨ ਪੰਡਤ ਦੀ ਨਿਆਈ ਵਿਦਵਾਨ ਦੀ ਨਿਆਈ ਲੱਗਦੇ ਵੀ ਇਹ ਤਾਂ ਵੀ ਮਹਿਤਾ ਕਲਿਆਣ ਦਾਸ ਦਾ ਪੁੱਤਰ ਹੀ ਹੈ ਕਿ ਕੋਈ ਹੋਰ ਬੈਠਾ ਕੋਈ ਪੰਡਤ ਹਰਦਿਆਲ ਹੀ ਹੈ। ਹੁਣ ਆਪਣੇ ਬੰਦੇ ਹੁਣ ਭੁਲੇਖਾ ਖਾਣ ਦਾ ਸਫਲ ਯਤਨ ਕਰ ਜਾਂਦੇ ਹੈ। ਭੁਲੇਖਾ ਪੈਂਦਾ ਇਹ ਬਾਲਕ ਤਾਂ ਨਹੀਂ ਹੋ ਸਕਦਾ ਵੀ ਇਤਨੀਆਂ ਗਹਿਰੀਆਂ ਇਤਨੀਆਂ ਮਨ ਨੂੰ ਮੋਹ ਲੈਣ ਵਾਲੀਆਂ ਇਤਨੀ ਚਿੱਤ ਨੂੰ ਆਨੰਦ ਕਰ ਦੇਣ ਵਾਲੀ ਜੋ ਬਾਤ ਪਾ ਰਿਹਾ ਹੈ ਜੀ। ਜੋ ਭਈ ਇਹ ਬਾਲਕ ਕੈਸੇ ਬਚ ਬੋਲਹੀ ਬਾਲ ਬੈਸ ਹੈ ਬੋਲ ਅਮੋਲਹੀ। ਫਿਰ ਬਾਤ ਵਾਸਦੇ ਕੀ ਨਹੀਂ ਵੀ ਇਹ ਤੇ ਬਾਲਕ ਤੇ ਹੋ ਹੀ ਨਹੀਂ ਸਕਦਾ। ਹੁਣ ਬਾਲਕ ਨੂੰ ਤਾਂ ਇਸੀਆਂ ਹੁਣ ਵਿਚਾਰਾਂ ਦਾ ਗਿਆਨ ਹੀ ਨਹੀਂ ਹੁੰਦਾ ਜਿਹੜੀਆਂ ਵਿਚਾਰਾਂ ਮਹਿਤੇ ਕਲਿਆਣ ਦਾ ਪੁੱਤਰ ਇੱਥੇ ਬੈਠਾ ਬਾਚ ਰਿਹਾ ਹੈ ਜੀ। ਚੰਦ ਬਦਨ ਦੀ ਸੁਦਾ ਸੁਮਾਨੀ ਸ਼ਰਤ ਪਰ ਸ਼ਰਤ ਦਰ ਬਾਨਦ ਬੁਲਹਿ ਬਾਨੀ। ਤੇ ਪਰ ਜਦੋਂ ਹੁਣ ਗੌਰ ਦੇ ਨਾਲ ਹੁਣ ਗਲੀ ਵਿੱਚ ਦੀ ਲੰਘਣ ਵਾਲਾ ਹੁਣ ਇਹਨਾਂ ਬੋਲਾਂ ਨੂੰ ਸੁਣ ਕੇ ਰੁਕਦਾ ਹੈ ਤੇ ਫਿਰ ਜਦੋਂ ਪਵਿੱਤਰ ਮੁਖਾਰ ਬਿੰਦ ਵੱਲ ਵੇਖਦਾ ਤੇ ਸਮਝ ਪੈਂਦੀ ਹੈ ਕਿ ਨਹੀਂ ਮੈਂ ਤਾਂ ਠੀਕ ਹੁਣ ਬਾਲਕ ਦੀ ਗੱਲ ਹੀ ਸੁਣ ਰਿਹਾ। ਇੱਥੇ ਨਾ ਪੰਡਤ ਹਰਦਿਆਲ ਹੈ ਨਾ ਇੱਥੇ ਕੋਈ ਤਤਵੀਤ ਹੈ। ਇੱਥੇ ਤਾਂ ਮਹਿਤੇ ਕਲਿਆਣ ਦਾ ਪੁੱਤਰ ਬੈਠਾ ਹੈ। ਆ ਜਿਹੜੇ ਬਹੁਤ ਮਧੁਰ ਬਾਣੀ ਬੈਠੇ ਚੰਦਰਮਾ ਜੈਸੇ ਸਸ ਮੁਖ ਤੋਂ ਉਚਾਰ ਰਹੇ ਹੈ ਜੀ। ਲਗੀ ਸੁਨ ਕੀ ਪ੍ਰੀਤ ਕਨੇਰੀ ਸੰਗ ਨ ਤਜਹੀ ਰਹੇ ਮੁਖ ਹੇਰੀ। ਤੇ ਬਹੁਤ ਸਾਰੇ ਫਿਰ ਰਾਈਆਂ ਨੂੰ ਰਾਹ ਜਾਂਦੇ ਕੰਮ ਭੁੱਲ ਜਾਂਦੇ ਹੈ ਤੇ ਗੁਰੂ ਨਾਨਕ ਪਿਆਰੇ ਦੇ ਬੋਲਾਂ ਨੂੰ ਕੰਨ ਲਾ ਸੁਣਦੇ ਹੈ ਜੀ। ਸਦਨ ਆਏ ਜਬ ਦੀਨਾ ਨਾਥੂ ਸਿਸ ਨਾਹਿ ਤਜਹੀ ਰਹੇ ਹਿਤ ਸਾਥੂ। ਤੇ ਜਦੋਂ ਹੁਣ ਬਹੁਤ ਸਾਰੇ ਖੇਡ ਤੋਂ ਬਾਅਦ ਬੜੀਆਂ ਹੁਣ ਬਾਤਾਂ ਪਾਉਂਦੇ ਹੈ ਭੁੱਖ ਲੱਗਦੀ ਹੈ ਵਾਪਸ ਘਰ ਆਉਂਦੇ ਹੈ ਤੇ ਫਿਰ ਇਹਨਾਂ ਦੇ ਜਿਹੜੇ ਨਾਲ ਦੇ ਸਾਥੀ ਹੈ ਉਹ ਵੀ ਨਾਲ ਇਹਨਾਂ ਦੇ ਘਰ ਹੀ ਆ ਜਾਂਦੇ ਹੈ ਜੀ। ਬਾਹਰ ਚਲ ਜੋ ਸੰਗ ਸੁਧਾਰਹੀ ਇਹ ਇਸ ਵਿਦ ਨਿਤ ਪ੍ਰਤ ਸੁਖਤ ਬਿਹਾਰਹੀ। ਤੇ ਬਹੁਤ ਹੁਣ ਉਹਨਾਂ ਦੇ ਨਾਲ ਸੁਖ ਭਰਿਆ ਮਿੱਤਰਤਾ ਭਰਿਆ ਸਲੂਕ ਗੁਰੂ ਨਾਨਕ ਸਾਹਿਬ ਕਰਦੇ ਹੈ ਤੇ ਉਹ ਉਹਨਾਂ ਤਾਂ ਹੀ ਚਾਹੁੰਦੇ ਹੋਏ ਵੀ ਸੰਗ ਨਹੀਂ ਛੱਡਦੇ ਜੀ। ਸਵੱਛ ਬਾਛ ਸੁਸ਼ੋਮੈ ਸੁਮੋ ਚਿਤ ਬਾਲਾ ਕਰੇ ਕਿਤੇ ਜੋ ਦੀਨ ਦਇਆਲਾ। ਤੇ ਦੀਨਾਂ ਦੇ ਉੱਪਰ ਦਇਆ ਕਰਨ ਵਾਲੇ ਸਤਿਗੁਰੂ ਦੇਵ ਜੀ ਨੇ ਕਿੰਨੇ ਜੀਵਾਂ ਨੂੰ ਮਨ ਕਰਕੇ ਬਚਨ ਕਰਕੇ ਸਵੱਛ ਕਰਮਾਂ ਵਾਲੇ ਕਰ ਦਿੱਤਾ ਜਿਨ੍ਹਾਂ ਨੂੰ ਹੁਣ ਅੱਗੇ ਜਾ ਸਹਿਜੇ ਹੀ ਹੁਣ ਜੀਵਨ ਵਿੱਚ ਰਹਿੰਦਿਆਂ ਹੀ ਮੋਖ ਪਦ ਦਾ ਗਿਆਨ ਹੋ ਜਾਣਾ ਹੈ ਜੀ। ਦੋਹਰਾ ਲੀਲਾ ਬਾਲਕ ਖੇਲ ਕੀ ਅਲੰਕਾਰ ਬਿਲਾਸ। ਇਸ ਪ੍ਰਕਾਰ ਹੁਣ ਬੜੀਆਂ ਇਹ ਲੀਲਾਵਾਂ ਹੁਣ ਇੱਥੇ ਬਾਲ ਸਰੂਪ ਵਿੱਚ ਗੁਰੂ ਨਾਨਕ ਸਾਹਿਬ ਵਰਤਾ ਰਹੇ ਹੈ ਜਿਨ੍ਹਾਂ ਤਾਈਂ ਹੁਣ ਗਿਣਿਆ ਨਹੀਂ ਜਾ ਸਕਦਾ ਜੀ। ਜੋ ਸਿੱਖ ਧਰਹੀ ਧਿਆਨ ਕੋ ਜੇ ਸਤਿਗੁਰ ਸੁਖ ਰਾਸ। ਤੇ ਜਿਹੜਾ ਵੀ ਕੋਈ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਪਿਆਰੀਆਂ ਲੀਲਾਵਾਂ ਤਾਈਂ ਚਿੱਤ ਵਿੱਚ ਚਿਤਵਦਾ ਹੈ ਤੇ ਸਹਿਜੇ ਹੀ ਉਹਨਾਂ ਤਾਈਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਉਹ ਖੁਸ਼ੀ ਤੇ ਉਹ ਰਾਜ ਤੇ ਹੁਣ ਉਹਦਾ ਵੀ ਰਸ ਸਮਝਣ ਤੇ ਮਾਨਣ ਦਾ ਸ਼ੁਭ ਅਵਸਰ ਵੀ ਗੁਰੂ ਨਾਨਕ ਪਿਆਰੇ ਆਪਣੇ ਸੇਵਕ ਤਾਈਂ ਜਨਾਉਂਦੇ ਹੈ। ਇਸੇ ਦੇ ਨਾਲ ਹੀ ਇਸ ਪ੍ਰਸੰਗ ਦੀ ਸਮਾਪਤੀ ਹੈ। ਅਗਲੀ ਵਿਚਾਰ ਆਪਾਂ ਅਗਲੇ ਪ੍ਰਸੰਗ ਦੀ ਕੱਲ੍ਹ ਰੋਜ਼ ਗੁਰੂ ਕਿਰਪਾ ਨਾਲ ਗੁਰੂ ਹਜ਼ੂਰੀ ਵਿੱਚ ਬੈਠ ਸਮੇਂ ਸਿਰ ਵਿਚਾਰਨ ਤੇ ਵਾਚਨ ਦਾ ਯਤਨ ਕਰਾਂਗੇ। ਹੋਈਆਂ ਬੇਅੰਤ ਸੋਹਣ ਭੁੱਲਾਂ ਦੀ ਖਿਮਾ ਆਪ ਸੰਗਤ ਔਰ ਸਤਿਗੁਰੂ ਦੇ ਬਖਸ਼ੰਦ ਨੇ ਆਓ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਗੁਰੂ ਫਤਿਹ ਦੀ ਸਾਂਝ ਪਾਈਏ ਜੀ। ਦੋਹਰਾ ਲੀਲਾ ਬਾਲਕ ਖੇਲ ਕੀ ਸਲੰਕਾਰ ਸੁਬਿਲਾਸ। ਜੋ ਸਿੱਖ ਧਰਹੀ ਧਿਆਨ ਕੋ ਜੇ ਸਤਿਗੁਰ ਸੁਖ ਰਾਸ। ਅਯੁੱਧ ਹੈ ਪਾਰ